ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਵਿੰਦ। ਸ੍ਰੀ ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਇੱਕ ਦਿਨ ਆਏ ਸਭਾ ਮੈਂ ਨੰਦਨ ਸ਼੍ਰੀ ਹਰਿ ਰਾਏ। ਸਨਮਾਨਤ ਨੌ ਰੰਗ ਤੇ ਬੈਠੇ ਮੋਦ ਉਪਾਏ। ਇੱਕ ਦਿਨ ਆਏ ਸਭਾ ਮੈਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਕਰੁਣਾ ਨਿਧਾਨ ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਹੋ ਰਹੀ ਗੁਰੂ ਕੀ ਸਾਜ ਨਿਵਾਜੀ ਸਾਧ ਸੰਗਤ ਜੀਓ। ਜਿੱਥੇ ਆਪ ਸੰਗਤਾਂ ਨੇ ਗੁਰਬਾਣੀ ਪੜ੍ਹ ਸੁਣ ਕੇ ਲਾਹਾ ਪ੍ਰਾਪਤ ਕੀਤਾ ਹੈ, ਉਥੇ ਗੁਰ ਇਤਿਹਾਸ ਦੀ ਕਥਾ ਵਿਚਾਰ ਵੀ ਸਰਵਣ ਕਰੀਏ। ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਦੇ ਪ੍ਰਸੰਗ ਜਿਵੇਂ ਦੀਵਾਨਾਂ ਵਿੱਚ ਸਰਵਣ ਕਰਾਏ ਜਾ ਰਹੇ ਹਨ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਵੇਲੇ ਜਿਸ ਬਾਦਸ਼ਾਹ ਔਰੰਗਜ਼ੇਬ ਦੀ ਹਕੂਮਤ ਸੀ, ਕਾਜ਼ੀਆਂ ਮੁੱਲਾਂ ਤੇ ਮੁਤੱਸਬੀਆਂ ਦੇ ਪ੍ਰੇਰੇ ਹੋਏ ਨੇ। ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਨੂੰ ਆਪਣੇ ਪਾਸ ਬੁਲਾਉਣਾ ਚਾਹਿਆ। ਸਤਿਗੁਰਾਂ ਦੇ ਕੋਲ ਪਹਿਲਾਂ ਇੱਕ ਆਪਣਾ ਦੂਤ ਭੇਜਿਆ। ਸਤਿਗੁਰੂ ਜੀ ਨੇ ਉਸ ਨੂੰ ਨਾ ਆਉਣ ਵਾਸਤੇ ਕਿਹਾ ਕਿ ਅਸੀਂ ਨਹੀਂ ਆਉਣਾ, ਨਾ ਅਸੀਂ ਦਰਸ਼ਨ ਉਸਦੇ ਕਰਨੇ ਨੇ, ਨਾ ਉਸ ਨੂੰ ਦੇਣੇ ਹਨ। ਸਤਿਗੁਰੂ ਮਹਾਰਾਜ ਸਾਹਿਬ ਦਾ ਜਵਾਬ ਸੁਣ ਕੇ ਦੁਬਾਰਾ ਫਿਰ ਆਪਣਾ ਦੂਤ ਉਸਨੇ ਭੇਜਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਵੱਡੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਨੂੰ ਫਿਰ ਦਿੱਲੀ ਵੱਲ ਨੂੰ ਭੇਜਿਆ। ਨਾਲ ਭਾਈ ਤਾਰਾ ਜੀ ਅਤੇ ਭਾਈ ਗੁਰਦਾਸ ਜੀ, ਉਸ ਵੇਲੇ ਭਾਈ ਬਹਿਲੋ ਜੀ ਦੀ ਕੁਲ ਦੇ ਵਿੱਚੋਂ, ਉਹਨਾਂ ਨੂੰ ਨਾਲ ਭੇਜਿਆ। ਬਾਬਾ ਰਾਮ ਰਾਏ ਜੀ ਦਿੱਲੀ ਵਿਖੇ ਰਹੇ ਹਨ। ਮਜਨੂੰ ਦੇ ਟਿੱਲੇ ਵਾਲੇ ਸਥਾਨ 'ਤੇ ਨਿਵਾਸ ਕੀਤਾ। ਸਮੇਂ ਸਮੇਂ ਅਨੁਸਾਰ ਬੁਲਾਉਣ 'ਤੇ ਔਰੰਗਜ਼ੇਬ ਬਾਦਸ਼ਾਹ ਦੀ ਸਭਾ ਵਿੱਚ ਜਾਂਦੇ।
ਉਸ ਦੀ ਇੱਛਾ ਦੇ ਮੂਜਬ ਉਸ ਨੂੰ ਸ਼ਕਤੀ ਕਰਾਮਾਤ ਦਿਖਾਉਂਦੇ ਹੈ। ਜੋ ਕੁਝ ਚਾਹੁੰਦਾ ਹੈ, ਅਣਹੋਣੀਆਂ ਗੱਲਾਂ ਉਹ ਚਾਹੁੰਦਾ ਹੈ, ਪਰ ਉਹ ਵੀ ਪ੍ਰਗਟ ਕਰਕੇ ਬਾਬਾ ਰਾਮ ਰਾਏ ਜੀ ਉਸ ਨੂੰ ਦਿਖਾ ਦਿੰਦੇ ਹੈ। ਸ਼ਕਤੀਆਂ ਵੇਖ ਵੇਖ ਕੇ ਵੀ, ਕਲਾ ਵੇਖ ਵੇਖ ਕੇ ਵੀ ਰੱਜਦਾ ਨਹੀਂ, ਸੰਤੁਸ਼ਟੀ ਨਹੀਂ ਹੋਈ, ਪੂਰਨ ਸ਼ਰਧਾ ਆਪਣੇ ਮਨ ਵਿੱਚ ਨਹੀਂ ਕੀਤੀ। ਫਿਰ ਵੀ ਦੂਸਰਿਆਂ ਦੇ ਪਿੱਛੇ ਮੁਤੱਸਬੀਆਂ ਦੇ ਮਗਰ ਲੱਗਦਾ ਹੈ। ਭਾਵੇਂ ਕੋਈ ਕਾਜੀ ਜਾਂ ਮੁੱਲਾ ਜਾਂ ਉਲਮਾਵ ਉਸ ਦੇ ਵਿਦਵਾਨ ਨੇ। ਗੁਰੂ ਘਰ 'ਤੇ ਜਿਨ੍ਹਾਂ ਨੂੰ ਸ਼ਰਧਾ ਨਹੀਂ ਹੈ, ਉਹਨਾਂ ਦੇ ਅਨੁਸਾਰ ਸ਼ਕਤੀ ਵੇਖਣਾ ਚਾਹੁੰਦਾ ਹੈ। ਬਰਸਾਤ ਦਾ ਮੌਸਮ ਹੋਇਆ, ਬਹੁਤ ਭਾਰੀ ਗੜੇ ਪੈਣ ਲੱਗ ਪਏ। ਉਸ ਵੇਲੇ ਇਸ ਨੇ ਕਿਹਾ, ਔਰੰਗਜ਼ੇਬ ਨੇ ਮਹਾਰਾਜ ਸਾਹਿਬ ਜੀ ਦੇ ਸਪੁੱਤਰ ਬਾਬਾ ਰਾਮ ਰਾਏ ਜੀ ਨੂੰ, ਕਿ ਖੇਤੀਆਂ ਦਾ ਬੜਾ ਨੁਕਸਾਨ ਹੋ ਰਿਹਾ ਹੈ। ਪਸ਼ੂ ਗਊਆਂ ਆਦਿ ਹਨ ਬਾਹਰ ਨੇ, ਜੋ ਉਹਨਾਂ ਉੱਪਰ ਭਾਰੀ ਗੜੇ ਜੇ ਪੈਂਦੇ ਹਨ ਤਾਂ ਉਹਨਾਂ ਨੂੰ ਸੱਟਾਂ ਲੱਗਦੀਆਂ ਹੈ। ਇਸ ਲਈ ਮੈਂ ਚਾਹੁੰਦਾ ਹਾਂ ਕਿ ਗੜੇ ਬੰਦ ਕਰਾ ਦਿਓ। ਬਾਬਾ ਰਾਮ ਰਾਏ ਜੀ ਨੇ ਬਚਨ ਕੀਤਾ ਕਿ ਬਾਦਸ਼ਾਹ, ਜੇ ਤੇਰੀ ਇਹ ਇੱਛਾ ਹੈ ਤਾਂ ਇਸ ਤਰ੍ਹਾਂ ਇਹ ਸਭ ਗੜੇ ਜੋ ਪੈ ਰਹੇ ਨੇ ਬੰਦ ਹੋ ਜਾਣਗੇ। ਐਸਾ ਬਚਨ ਕਰਨ ਦੀ ਦੇਰ ਹੋਈ ਹੈ ਤਾਂ ਨਾਲ ਹੀ ਗੜੇ ਵੀ ਬੰਦ ਹੋ ਗਏ ਹੈ। ਜੋ ਵਰਖਾ ਹੋ ਰਹੀ ਸੀ ਮੀਂਹ ਦੀ, ਉਹ ਵੀ ਹਟ ਗਈ ਹੈ। ਜਿੱਥੇ ਆਕਾਸ਼ ਵਿੱਚ ਬੱਦਲਾਂ ਦੀ ਘਟਾ ਕਰਕੇ ਬਹੁਤਾ ਹਨੇਰਾ ਛਾ ਰਿਹਾ ਸੀ, ਚਾਨਣ ਹੀ ਚਾਨਣ ਹੋ ਗਿਆ। ਬੜਾ ਹੈਰਾਨ ਹੋਇਆ ਔਰੰਗਜ਼ੇਬ। ਲੋਕਾਂ ਵਿੱਚ ਬਹੁਤ ਵਡਿਆਈ ਫੈਲੀ ਹੈ। ਇਸੇ ਤਰ੍ਹਾਂ ਹੋਰਾਂ ਦੇ ਮਗਰ ਲੱਗ ਕੇ ਔਰੰਗਜ਼ੇਬ ਨੇ ਉਹਨਾਂ ਦੀ ਸਲਾਹ ਇਹ ਸੁਣੀ ਹੈ, ਗੁਰੂ ਘਰ ਨਾਲ ਈਰਖਾ ਕਰਨ ਵਾਲਿਆਂ ਦੀ। ਉਹਨਾਂ ਨੇ ਆਖਿਆ ਹੈ ਕਿ ਸਾਡੇ ਕੋਲ ਇੱਕ ਮਸਤ ਹਾਥੀ ਜੋ ਆਪ ਦੀ ਪਾਸ ਰਹਿੰਦਾ ਏ, ਉਸ ਹਾਥੀ ਨੂੰ ਸ਼ਰਾਬ ਪਿਆਈ ਜਾਵੇ ਅਤੇ ਇਹਨਾਂ ਦੀ ਉਸ ਉੱਪਰ ਧੋਖੇ ਨਾਲ, ਛਲ ਕਪਟ ਨਾਲ ਸਵਾਰੀ ਕਰਾਈ ਜਾਏ। ਡਿੱਗ ਪੈਣਗੇ, ਸੱਟਾਂ ਲੱਗਣਗੀਆਂ, ਸਾਡੇ ਵਾਸਤੇ ਮਖੌਲ ਬਣ ਜਾਣਗੇ। ਫਿਰ ਲੋਕਾਂ ਵਿੱਚ ਉਹਨਾਂ ਦੀ ਹੇਠੀ ਹੋਵੇਗੀ। ਇਸ ਤਰ੍ਹਾਂ ਦੀ ਪ੍ਰੇਰਨਾ ਸੁਣ ਕੇ ਔਰੰਗਜ਼ੇਬ ਬੜਾ ਖੁਸ਼ ਹੋਇਆ। ਇਸੇ ਤਰ੍ਹਾਂ ਹੀ ਕੀਤਾ। ਇੱਕ ਜਿਹੜਾ ਮਸਤ ਹਾਥੀ ਹੈ, ਜਿਸ ਨੂੰ ਬੜਾ ਹੀ ਔਖੇ ਤਰੀਕੇ ਨਾਲ, ਬਹੁਤ ਹੀ ਸਾਵਧਾਨਤਾ ਦੇ ਨਾਲ, ਬਹੁਤੇ ਮਹਾਵਤਾਂ ਸੂਰਮਿਆਂ ਦੇ ਨਾਲ, ਸਿਪਾਹੀਆਂ ਦੇ ਸਹਿਤ ਜਿਸ ਨੂੰ ਕਾਬੂ ਵਿੱਚ ਰੱਖਿਆ ਜਾਂਦਾ ਹੈ, ਐਸੇ ਹਾਥੀ ਨੂੰ ਬਹੁਤ ਜ਼ਿਆਦਾ ਸ਼ਰਾਬ ਪਿਆ ਦਿੱਤੀ। ਫਿਰ ਬਾਬਾ ਰਾਮ ਰਾਏ ਜੀ ਸਭਾ ਵਿੱਚ ਬੈਠੇ ਹੈ ਅਤੇ ਇਹਨਾਂ ਨੂੰ ਇਸ ਨੇ ਕਿਹਾ ਕਿ ਅਸੀਂ ਸੈਰ ਕਰਨਾ ਚਾਹੁੰਦੇ ਹਾਂ, ਬਾਹਰ ਬਾਗਾਂ ਵਿੱਚ ਫਿਰ ਕੇ ਆਈਏ, ਦੂਰ ਦੁਰਾਡੇ ਸੈਰ ਕਰਕੇ ਆਈਏ। ਨਾਲ ਲੈ ਕੇ ਤੁਰਨ ਲੱਗਾ। ਕਿਹਾ ਕਿ ਪਾਲਕੀ ਵਿੱਚ ਨਾ ਬੈਠਣਾ, ਅੱਜ ਹਾਥੀ ਦੀ ਸਵਾਰੀ ਕਰੋ। ਹਾਥੀ ਬਹੁਤ ਉੱਚਾ ਹੈ ਅਤੇ ਛੇਤੀ ਚੱਲ ਕੇ ਵਾਪਸ ਮੁੜ ਆਵਾਂਗੇ ਸ਼ਾਮ ਦੇ ਸਮੇਂ ਤੱਕ, ਜ਼ਿਆਦਾ ਹਨੇਰਾ ਵੀ ਨਾ ਹੋ ਜਾਏ। ਇਸੇ ਤਰ੍ਹਾਂ ਕੀਤਾ। ਉਸ ਮਸਤ ਹਾਥੀ 'ਤੇ ਸਵਾਰੀ ਬਾਬਾ ਰਾਮ ਰਾਏ ਜੀ ਨੇ ਕੀਤੀ ਹੈ। ਉਹ ਮਸਤ ਚਾਲੇ ਚੱਲਦਾ ਹੈ। ਲੋਕ ਬਹੁਤ ਡਰਦੇ ਰਹੇ। ਹੁਣ ਵੀ ਇਹ ਡਿੱਗੇ, ਹੁਣ ਵੀ ਡਿੱਗੇ, ਵੇਖ ਕੇ ਕਹਿੰਦੇ ਰਹੇ। ਪਰ ਬਾਬਾ ਜੀ ਨੇ ਆਪਣੇ ਹੱਥ ਵਿੱਚ ਫੜੀ ਹੋਈ ਛੜੀ ਹੈ, ਸੋਟੀ ਹੈ, ਉਸ ਨਾਲ ਜਿਵੇਂ ਇਸ਼ਾਰਾ ਕਰਦੇ, ਜਿਵੇਂ ਪ੍ਰੇਰਦੇ, ਤਿਵੇਂ ਹੀ ਇਹ ਮਸਤ ਹਾਥੀ ਜਾਂਦਾ ਰਿਹਾ। ਇੱਕ ਕੋਹ ਦੀ ਦੂਰੀ ਤੱਕ ਹੋ ਕੇ ਮੁੜ ਕੇ ਵਾਪਸ ਆਏ ਹੈ। ਉਸ ਹਾਥੀ ਨੂੰ ਬਿਠਾਇਆ, ਆਪ ਹੌਲੀ ਜਿਹੀ ਉਤਰ ਗਏ ਹੈ। ਲੋਕ ਦੇਖ ਕੇ ਬਹੁਤ ਅਚਰਜ ਹੋਏ। ਇਸ ਪ੍ਰਕਾਰ ਐਸੀ ਸ਼ਕਤੀ ਜੋ ਪ੍ਰਗਟ ਹੀ, ਭਾਵੇਂ ਕਈਆਂ ਨੇ ਛਲ ਕਰਨ ਦਾ, ਬੇਇੱਜ਼ਤ ਕਰਨ ਦਾ ਯਤਨ ਕੀਤਾ, ਪਰ ਕਿਸੇ ਪ੍ਰਕਾਰ ਵੀ ਬਾਬਾ ਰਾਮ ਰਾਏ ਜੀ ਦੇ ਨਾਲ ਛਲ ਨਹੀਂ ਉਹ ਕਰ ਸਕੇ। ਵਿਸਥਾਰਪੂਰਵਕ ਪਿੱਛੇ ਪ੍ਰਸੰਗ ਸਰਵਣ ਕਰਾਏ ਗਏ ਨੇ। ਅੱਗੇ ਜਿਵੇਂ ਕਥਾ ਆ ਰਹੀ ਹੈ, ਆਓ ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇੱਕ ਦਿਨ ਆਏ ਸਭਾ ਮੈਂ। ਇੱਕ ਦਿਨ ਦੀ ਗੱਲ ਹੈ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ
ਔਰੰਗਜ਼ੇਬ ਬਾਦਸ਼ਾਹ ਦੀ ਸਭਾ ਵਿੱਚ ਆਏ ਹਨ। ਨੰਦਨ ਸ਼੍ਰੀ ਹਰਿ ਰਾਏ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੁਪੁੱਤਰ ਸਨਮਾਨਿਤ ਨੌ ਰੰਗ ਤੇ। ਜਿਸ ਵੇਲੇ ਪਾਸ ਸਭਾ ਵਿੱਚ ਔਰੰਗਜ਼ੇਬ ਦੇ ਕੋਲ ਪਹੁੰਚੇ ਹੈ ਤਾਂ ਬੜਾ ਹੀ ਉਸਨੇ ਆਦਰ ਕਰਦਿਆਂ ਹੋਇਆਂ ਬਿਠਾਇਆ। ਬੈਠੇ ਮੋਦ ਉਪਾਏ ਤੇ ਬਹੁਤ ਹੀ ਆਨੰਦ ਜਿਨ੍ਹਾਂ ਦੇ ਆਉਣ ਨਾਲ ਸਭਨਾਂ ਦੇ ਮਨਾਂ ਦੇ ਵਿੱਚ ਹੁੰਦਾ ਹੈ। ਬਹੁਤ ਹੀ ਹੈਰਾਨੀ ਹੁੰਦੀ ਹੈ। ਆਨੰਦ ਸਹਿਤ ਆਪ ਬਾਬਾ ਰਾਮ ਰਾਏ ਜੀ ਔਰੰਗਜ਼ੇਬ ਦੀ ਸਭਾ ਵਿੱਚ ਬੈਠ ਗਏ। ਚੌਪਈ ਜੇ ਗਾਢੇ ਵਿੱਚ ਸ਼ਰਾ ਹਠੀਲੇ ਤੇ ਜਿਹੜੇ ਸ਼ਰਾ ਦੇ ਨਿਯਮਾਂ ਵਿੱਚ ਚੱਲਣ ਵਾਲੇ ਹਨ, ਹਠ ਕਰਕੇ ਕਰਤਾ ਬਾਦ ਵਿਸਾਲ ਕੁਸ਼ੀਲੇ ਤੇ ਬਹੁਤ ਹੀ ਖੋਟੇ ਸੁਭਾਅ ਵਾਲੇ ਇਹੋ ਜਿਹੇ ਕਾਜੀ ਨੇ, ਮੁਲਾਣੇ ਹਨ ਔਰ ਉਲਮਾਬ ਵਿਦਵਾਨ ਆਦਿਕ ਹਨ। ਔਰੰਗਜ਼ੇਬ ਦੀ ਸਭਾ ਵਿੱਚ ਅਨਕ ਮਾਇਨੇ ਬਕਹਿ ਕੁਰਾਨੇ ਤੇ ਜਿਹੜੇ ਕੁਰਾਨ ਦੇ ਅਨੇਕਾਂ ਹੀ ਬੋਲ ਜੋ ਪੜ੍ਹ ਕਰਕੇ ਆਇਤਾਂ ਪੜ੍ਹ ਕੇ ਕੁਰਾਨ ਦੀਆਂ ਤੇ ਉਸ ਵਿੱਚੋਂ ਮਾਇਨੇ ਮਤਲਬ ਜੋ ਹਨ ਉਹ ਕਥਨ ਕਰਦੇ ਹਨ। ਦੀਨ ਬਿਖੈ ਕਹਿਲਾਵਹਿ ਸਿਆਣੇ ਤੇ ਆਪਣੇ ਆਪ ਵਿੱਚ ਆਪਣੇ ਇਸਲਾਮ ਮਜ਼ਹਬ ਵਿੱਚ ਸਿਆਣੇ ਕਹੇ ਜਾਂਦੇ ਹਨ। ਅਦਕ ਸਮਾਜ ਤਿਨਹੋ ਕਹੋ ਹੋਵਾ ਤੇ ਜਿਨ੍ਹਾਂ ਦੇ ਕੋਲ ਬਹੁਤ ਭਾਰੀ ਸਾਜੋ ਸਮਾਨ ਵੀ ਹੈ, ਐਸ਼ਵਰਜ ਧਨ ਵਿਭੂਤੀ ਜਿਨ੍ਹਾਂ ਦੇ ਪਾਸ ਬਹੁਤ ਹੈ। ਜਿਨਹੋ ਸਿਖਾਏ ਸ਼ਾਹ ਕੋ ਖੋਵਾ ਤੇ ਐਸੇ ਹਨ ਬੜੇ ਹੀ ਸਿਆਣੇ ਕਹੇ ਜਾਂਦੇ ਹੈ। ਵਿਦਵਾਨ ਤਾਂ ਹਨ, ਵਿਦਿਆ ਇਹਨਾਂ ਦੇ ਕੋਲ ਬਹੁਤ ਹੈ। ਕੁਰਾਨ ਦੀਆਂ ਆਇਤਾਂ ਔਰ ਅਰਥ ਮਾਇਨੇ ਆਦਿਕ ਸਭ ਜਾਣਦੇ ਹੈ। ਇਹਨਾਂ ਨੇ ਵਿਦਿਆ ਨੂੰ ਕੇਵਲ ਜੋ ਚਤੁਰਾਈਆਂ ਵਾਸਤੇ ਹੀ ਵਰਤਣਾ ਕੀਤਾ ਹੈ। ਪ੍ਰੇਰ ਕੇ ਔਰੰਗਜ਼ੇਬ ਬਾਦਸ਼ਾਹ ਦੀ ਮੱਤ ਉਹਨਾਂ ਨੇ ਸ਼ੁਭ ਮੱਤ ਗਵਾਈ ਹੈ। ਸ਼ੁਭ ਕਰਤੂਤ ਕਰਨ ਮਹਿ ਹੋਰੇ ਤੇ ਸ਼ੁਭ ਕਰਮਾਂ ਦੇ ਕਰਨ ਵੱਲੋਂ ਆਪ ਉਹ ਸਖਣੇ ਹਨ, ਹੌਲੇ ਹਨ। ਉਵੇਂ ਵਿਦਿਆ ਕਰਕੇ ਤਾਂ ਬੜੇ ਮਹਾਨ ਮੰਨੇ ਜਾਂਦੇ ਹੈ, ਭਾਰੀ ਵਿਦਵਾਨ ਜਾਣੇ ਜਾਂਦੇ ਹਨ, ਪਰ ਸ਼ੁਭ ਕਰਤੂਤਾਂ ਵੱਲੋਂ ਹੌਲੇ ਹਨ। ਝਗਰਨ ਬਿਖੇ ਸੇ ਮੁਖੀ ਗੌਰੇ ਝਗੜੇ ਕਰਨ ਦੇ ਵਿੱਚ ਜਿਨ੍ਹਾਂ ਦੀ ਭਾਰੀ ਬੁੱਧ ਮੰਨੀ ਜਾਂਦੀ ਹੈ। ਮਹਾਮੰਦ ਮਤ ਮੂਰਖ ਮਾਨੀ ਸ਼ੁਭ ਕਰਮਾਂ ਵੱਲੋਂ ਸਖਣੇ ਨੇ। ਸ਼ੁਭ ਕਰਮਾਂ ਵਾਸਤੇ ਇਹਨਾਂ ਦੀ ਸ਼ੁਭ ਮਤ ਨਹੀਂ ਹੈ, ਬੁੱਧੀਹੀਣ ਹਨ। ਪਰ ਝਗੜੇ ਕਰਨ ਵਾਸਤੇ, ਫਸਾਦ ਕਰਨ ਵਾਸਤੇ, ਲੜਾਈਆਂ ਪੈਦਾ ਕਰਨ ਵਾਸਤੇ ਬੜੇ ਹੀ ਸਿਆਣੇ ਮੰਨੇ ਜਾਂਦੇ ਨੇ। ਮਹਾਮੰਦ ਮਤ ਮੂਰਖ ਮਾਨੀ ਤੇ ਬਹੁਤ ਹੀ ਮੰਦੀ ਮਤ ਵਾਲੇ ਹਨ ਤੇ ਮੂਰਖ ਹਨ ਤੇ ਆਪਣੀ ਵਿਦਿਆ ਤੇ ਆਪਣੇ ਆਪ ਤੇ ਬਹੁਤਾ ਹੀ ਮਾਣ ਕਰਨ ਵਾਲੇ ਮਾਨੀ ਹਨ। ਸ਼ਾਹ ਰਜਾਵਹਿ ਧਨ ਹਿਤ ਦਾਨੀ ਤੇ ਸ਼ਾਹ ਜੋ ਬਾਦਸ਼ਾਹ ਔਰੰਗਜ਼ੇਬ ਹੈ ਉਸ ਨੂੰ ਖੁਸ਼ ਕਰਨ ਵਿੱਚ ਲੱਗਦੇ ਹੈ। ਕੇਵਲ ਇਹਨਾਂ ਨੂੰ ਇਹ ਇੱਛਾ ਰਹਿੰਦੀ ਹੈ ਕਿ ਸਾਨੂੰ ਧਨ ਕਿਸੇ ਪ੍ਰਕਾਰ ਬਾਦਸ਼ਾਹ ਦੇ ਦੇਵੇ। ਸਭਾ ਮਝਾਰ ਪ੍ਰਸੰਗ ਚਲਾਏ ਤੇ ਇਹਨਾਂ ਨੇ ਔਰੰਗਜ਼ੇਬ ਬਾਦਸ਼ਾਹ ਦੀ ਸਭਾ ਦੇ ਵਿੱਚ ਆਪਣੀ ਵੱਲੋਂ ਪ੍ਰਸੰਗ ਜਿਹੜੇ ਹਨ ਛੇੜਨਾ ਕੀਤੇ। ਬਹੁਰ ਗੁਰੂ ਕਹੋ ਨਾਮ ਅਲਾਏ ਪਹਿਲਾਂ ਕਈ ਤਰ੍ਹਾਂ ਦੇ ਪ੍ਰਸੰਗ ਚਲਾਏ ਨੇ, ਸੁਣਾਏ ਨੇ। ਤੇ ਇਸ ਪ੍ਰਕਾਰ ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਨਾਮ ਉਚਾਰਨ ਲੱਗ ਪਏ। ਸ਼੍ਰੀ ਨਾਨਕ ਵੱਡ ਭਏ ਤੁਮਾਰੇ ਤੇ ਇਸ ਤਰ੍ਹਾਂ ਕਹਿੰਦੇ ਔਰੰਗਜ਼ੇਬ ਦੀ ਸਭਾ ਵਿੱਚ ਬੈਠੇ ਹੋਏ ਬਾਬਾ ਰਾਮ ਰਾਏ ਜੀ ਨੂੰ ਮੁਖਾਤਬ ਕਰਕੇ ਆਖਦੇ ਨੇ ਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੁਹਾਡੇ ਵਡੇਰੇ ਵੱਡੇ ਹੋਏ ਹਨ ਗੁਰੂ ਸਾਹਿਬ। ਭੇਖ ਫਕੀਰੀ ਫਿਰ ਹੈ ਵਿਚਾਰੇ ਤੇ ਉਹ ਤਾਂ ਇਸ ਤਰ੍ਹਾਂ ਫਿਰ ਆਖਣ ਲੱਗੇ ਨੇ ਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਫਕੀਰੀ ਲਿਬਾਸ ਦੇ ਵਿੱਚ ਵਿਚਾਰ ਕੇ ਵਿਚਰਦੇ ਰਹੇ ਹਨ। ਨਯੋ ਆਪ ਮਾਰਗ ਉਪਰਾਜਾ ਤੇ ਇਸ ਤਰ੍ਹਾਂ ਨਿੰਦਾ ਕਰਨ ਦੇ ਖਿਆਲ ਦੇ ਨਾਲ ਕਹਿੰਦੇ ਕਿ ਉਹ ਵਿਚਾਰੇ ਫਕੀਰ ਬਣ ਕੇ ਹੀ ਫਿਰਦੇ ਰਹੇ ਹਨ ਤੇ ਉਹਨਾਂ ਨੇ ਆਪਣਾ ਇਸ ਸੰਸਾਰ ਦੇ ਵਿੱਚ ਨਵਾਂ ਹੀ ਜੋ ਪੰਥ ਹੈ ਉਹ ਪ੍ਰਗਟ ਕੀਤਾ। ਨਹਿ ਹਿੰਦੂ ਨਹਿ ਤੁਰਕ ਸਮਾਜਾ ਤੇ ਨਾ ਹੀ ਉਹ ਆਪ ਹਿੰਦੂ ਹੋਏ ਹਨ ਤੇ ਨਾ ਹੀ ਉਹਨਾਂ ਦਾ ਤੁਰਕਾਂ ਵਾਲਾ ਸਮਾਜ ਹੈ, ਨਾ ਹੀ ਉਹ ਤੁਰਕ ਬਣੇ ਹਨ ਤੇ ਨਾ ਹੀ ਉਹ ਹਿੰਦੂ ਬਣੇ ਹਨ। ਇਸ ਲਈ ਉਹਨਾਂ ਦਾ ਜਿਹੜਾ ਸਮਾਜ ਹੈ, ਸਿੱਖ ਸਮਾਜ ਹੈ,
ਉਹ ਵੀ ਉਹਨਾਂ ਦੇ ਸੇਵਕ ਜਿਹੜੇ ਹਨ ਉਹਨਾਂ ਦੇ ਸਿੱਖ ਕਹੇ ਜਾਂਦੇ ਹੈ। ਔਰ ਨਾ ਉਹ ਹਿੰਦੂ ਕਹੇ ਜਾਂਦੇ, ਨਾ ਤੁਰਕ ਮੁਸਲਮਾਨ ਕਹੇ ਜਾਂਦੇ। ਪੈਗੰਬਰ ਬੜ ਭਏ ਹਮਾਰੇ। ਤੇ ਜਿਹੜੇ ਇਸ ਤਰ੍ਹਾਂ ਫਿਰ ਆਪਣੀ ਉਸਤਤ ਕਰਨ ਲੱਗੇ ਹੈ, ਉਹ ਉਲਮਾ ਵਿਦਵਾਨ ਕਹਿੰਦੇ ਨੇ ਕਿ ਜਿਹੜੇ ਸਾਡੇ ਪੈਗੰਬਰ ਹੋਏ ਹੈ ਇਸਲਾਮ ਮਤ ਦੇ, ਉਹ ਬਹੁਤ ਵੱਡੇ ਹੋਏ ਹਨ। ਜਿਨ ਕੇ ਸਮਸਰ ਜਗਤ ਨਸਾਰੇ। ਤੇ ਉਹ ਬਹੁਤੇ ਮਹਾਨ ਹੋਏ ਨੇ, ਤੇ ਜਿਨ੍ਹਾਂ ਵਰਗਾ ਜਗਤ ਵਿੱਚ ਹੋਰ ਕੋਈ ਨਹੀਂ ਹੋਇਆ। ਮਿਲਨ ਖੁਦਾਏ ਰਾਹ ਸ਼ੁਭ ਕਹਿਓ। ਇਸ ਤਰ੍ਹਾਂ ਕਹਿੰਦੇ ਹੈ ਕਿ ਸਾਡੇ ਹੀ ਪੈਗੰਬਰ ਮਹਾਨ ਹੋਏ ਨੇ, ਉਹਨਾਂ ਨੇ ਹੀ ਖੁਦਾ ਦੀ ਪ੍ਰਾਪਤੀ ਵਾਸਤੇ ਸ੍ਰੇਸ਼ਟ ਰਸਤਾ ਲੋਕਾਂ ਵਿੱਚ ਦੱਸਿਆ ਹੈ। ਚਲੇ ਕਹੇ ਮਹਿ ਤਿਨਹੂ ਲਹਿਓ। ਤੇ ਜਿਹੜੇ ਸਾਡੇ ਪੀਰਾਂ ਪੈਗੰਬਰਾਂ ਦੇ ਕਹੇ ਹੋਏ ਬਚਨਾਂ ਦੇ ਅਨੁਸਾਰ ਚੱਲੇ ਨੇ, ਉਹਨਾਂ ਨੇ ਖੁਦਾ ਦੀ ਪ੍ਰਾਪਤੀ ਨੂੰ ਪਾ ਲਿਆ ਹੈ, ਖੁਦਾ ਦੀ ਪ੍ਰਾਪਤੀ ਦਾ ਰਸਤਾ ਪਾਇਆ। ਇਵੇਂ ਉਹਨਾਂ ਨੇ ਖੁਦਾ ਨੂੰ ਪਾਇਆ। ਜਿਸ ਸੋ ਮਿਲ ਮਨ ਹੋਏ ਬਿਕਾਰੀ। ਤੇ ਇਸ ਪ੍ਰਕਾਰ ਫਿਰ ਨਿੰਦਾ ਕਰਨ ਲੱਗੇ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਔਰੰਗਜ਼ੇਬ ਦੀ ਸਭਾ ਦੇ ਵਿੱਚ ਬਾਬਾ ਰਾਮ ਰਾਏ ਜੀ ਦੇ ਸਾਹਮਣੇ ਕਹਿੰਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਐਸੀ ਰੀਤ ਹੋਈ ਹੈ, ਉਹਨਾਂ ਦੀ ਐਸੀ ਮਰਜ਼ਾਦਾ ਹੈ, ਉਹਨਾਂ ਨੇ ਇਹੋ ਜਿਹੀ ਪ੍ਰਗਟ ਕੀਤੀ ਹੈ ਜਿਸ ਵਿੱਚ ਮਿਲ ਕੇ ਕਹਿੰਦੇ ਕਿ ਮਨ ਤਾਂ ਵਿਕਾਰੀ ਹੋ ਜਾਂਦਾ। ਸੋ ਸ਼੍ਰੀ ਨਾਨਕ ਰੀਤ ਬਿਥਾਰੀ। ਤੇ ਇਹੋ ਜਿਹੀ ਰੀਤ ਜਿਸ ਨੂੰ ਅਸੀਂ ਚੰਗਾ ਨਹੀਂ ਮੰਨਦੇ, ਇਹ ਉਲਮਾ ਜੋ ਹਨ ਵਿਦਵਾਨ ਨੇ ਇਸਲਾਮ ਮਤ ਦੇ ਔਰੰਗਜ਼ੇਬ ਦੀ ਸਭਾ ਵਿੱਚ ਸਤਿਗੁਰਾਂ ਦੀ ਉਸਤਤ ਤਾਂ ਇਹਨਾਂ ਨੇ ਕੀ ਕਰਨੀ, ਨਿੰਦਾ ਕਰਨ ਵਾਸਤੇ ਐਸਾ ਖਿਆਲ ਹੈ। ਕਹਿੰਦੇ ਹੈ ਕਿ ਐਸੀ ਰੀਤ ਹੈ ਗੁਰੂ ਘਰ ਵਿੱਚ ਜਿਹੜੀ ਪ੍ਰਗਟ ਕੀਤੀ ਹੈ ਨਾ, ਸੰਗੀਤ ਵਾਲੀ, ਜੋ ਕੀਰਤਨ ਕਰਨਾ ਸਾਜ਼ਾਂ ਦੇ ਸਹਿਤ, ਸੰਗੀਤ ਵਿੱਚ ਰਾਗਾਂ ਦੇ ਸਹਿਤ ਕੀਰਤਨ ਪਰਮੇਸ਼ਰ ਦਾ ਜਸ ਗਾਇਨ ਕਰਨਾ। ਉਹ ਜੋ ਸਾਜ਼ ਵਜਾਉਂਦੇ ਹਨ ਤੇ ਸਾਜ਼ਾਂ ਦੇ ਸੁਣ ਕਰਕੇ ਤਾਂ ਫਿਰ ਰਾਗਾਂ ਦੀ ਧੁਨੀ ਨੂੰ ਸੁਣ ਕੇ ਤਾਂ ਕਹਿੰਦੇ ਕਿ ਮਨ ਸਾਡਾ ਵਿਕਾਰੀ ਹੋ ਜਾਂਦਾ ਹੈ। ਗਾਵਹਿ ਰਾਗ ਬਜਾਵਹਿ ਤਾਲ। ਤੇ ਕਹਿੰਦੇ ਕਿ ਸਾਡੇ ਇਸਲਾਮ ਮਤ ਵਿੱਚ ਇਸ ਰੀਤ ਨੂੰ ਚੰਗਾ ਨਹੀਂ ਮੰਨਿਆ ਜਾਂਦਾ। ਜੋ ਰਾਗ ਵਿੱਚ ਸਾਜ਼ਾਂ ਦੀ ਧੁਨੀ ਦੇ ਵਿੱਚ ਸ਼ਬਦ ਗਾਇਨ ਕਰਦੇ ਹਨ, ਤਾਲ ਵਜਾਉਂਦੇ ਹਨ। ਜਿਸ ਤੇ ਜਾਗਹਿ ਵਿਸ਼ੈ ਵਿਸਾਲ। ਤੇ ਕਹਿੰਦੇ ਕਿ ਅਸੀਂ ਸਾਡਾ ਇਹ ਮੰਨਣਾ ਹੈ ਕਿ ਜੇ ਕੋਈ ਸਾਜ਼ ਵਜਾਉਂਦਾ ਹੈ ਤੇ ਰਾਗਾਂ ਦੇ ਵਿੱਚ ਧੁਨੀ ਪ੍ਰਗਟ ਕਰਦਾ ਹੈ, ਸ਼ਬਦ ਗਾਉਂਦਾ ਹੈ, ਰਾਗਾਂ ਦੀ ਆਵਾਜ਼ ਸੁਣ ਕੇ, ਸਾਜ਼ਾਂ ਦੀ ਆਵਾਜ਼ ਸੁਣ ਕੇ ਤਾਂ ਬਹੁਤੇ ਹੀ ਵਿਸ਼ੇ ਵਿਕਾਰ ਅਸੀਂ ਮੰਨਦੇ ਹਾਂ ਕਿ ਪ੍ਰਗਟ ਹੁੰਦੇ ਨੇ। ਬਹੁਰ ਕਹੈ ਹਮ ਭਿਸ਼ਟ ਸਿਧਾਏ। ਤੇ ਕਹਿੰਦੇ ਕਿ ਇਸ ਪ੍ਰਕਾਰ ਜੇ ਉਹ ਸਾਜ਼ਾਂ ਦੇ ਸਹਿਤ ਰਾਗਾਂ ਦੀ ਧੁਨੀ ਵਿੱਚ ਸ਼ਬਦ ਗਾਇਨ ਕਰਦੇ ਆ ਗੁਰੂ ਸਾਹਿਬ, ਗੁਰੂ ਕੇ ਸਿੱਖ, ਤਾਂ ਨਾਲੇ ਇਸ ਤਰ੍ਹਾਂ ਕਹਿੰਦੇ ਹਨ ਕਿ ਸਾਨੂੰ ਇਸ ਪ੍ਰਕਾਰ ਕਰਨ ਦੇ ਨਾਲ ਸੱਚਖੰਡ ਦੀ ਪ੍ਰਾਪਤੀ ਹੁੰਦੀ ਹੈ। ਬਕੈ ਕੁਫਰ ਕੁਛ ਲਖਿਓ ਨ ਜਾਏ। ਤੇ ਇਸ ਤਰ੍ਹਾਂ ਇਹ ਨਿੰਦਕ ਕਹਿ ਰਹੇ ਨੇ ਔਰੰਗਜ਼ੇਬ ਬਾਦਸ਼ਾਹ ਦੀ ਸਭਾ ਦੇ ਵਿੱਚ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਦੇ ਸਾਹਮਣੇ। ਕਹਿੰਦੇ ਹੈ ਕਿ ਜੋ ਗੁਰੂ ਸਾਹਿਬ ਨੇ ਕਿਹਾ ਹੈ ਔਰ ਸਿੱਖ ਜੋ ਬੋਲਦੇ ਹਨ, ਗਾਉਂਦੇ ਹਨ, ਕਹਿੰਦੇ ਕਿ ਉਹ ਤਾਂ ਕੁਫਰ ਹੀ ਬੋਲਦੇ, ਭਾਵ ਝੂਠ ਹੀ ਬੋਲਦੇ ਹਨ, ਔਰ ਖੁਦਾ ਦੀ ਪ੍ਰਾਪਤੀ ਤਾਂ ਉਹ ਜਾਣਦੇ ਨਹੀਂ ਹਨ। ਬਕੈ ਕੁਫਰ ਕੁਛ ਲਖਿਓ ਨ ਜਾਏ। ਕੁਛ ਜਾਣਿਆ ਨਹੀਂ ਜਾਂਦਾ ਜੋ ਉਹ ਬੋਲਦੇ ਹਨ। ਸਭ ਹਿੰਦੁਨ ਕੈ ਰੀਤ ਨ ਨੀਕੀ। ਤੇ ਇਸ ਪ੍ਰਕਾਰ ਨਾਲ ਹਿੰਦੂਆਂ ਦਾ ਵੀ ਕਹਿਣਾ ਸ਼ੁਰੂ ਕੀਤਾ ਹੈ ਕਿ ਜਿਹੜੇ ਹਿੰਦੂ ਹਨ ਉਹਨਾਂ ਦੀ ਵੀ ਰੀਤੀ ਜੋ ਹੈ, ਉਹਨਾਂ ਦੀ ਮਰਜ਼ਾਦਾ ਵੀ ਹੈ, ਉਹ ਵੀ ਜੋ ਸਾਨੂੰ ਚੰਗੀ ਨਹੀਂ ਲੱਗਦੀ। ਪੂਜਹਿ ਬੁੱਤਨ ਭਾਵਨਾ ਜੀ ਕੀ। ਤੇ ਆਪਣੇ ਮਨਾਂ ਦੀ ਭਾਵਨਾ ਧਾਰ ਕਰਕੇ ਉਹ ਬੁੱਤਾਂ ਦੀ, ਮੂਰਤੀਆਂ ਦੀ ਪੂਜਾ ਕਰਦੇ ਹਨ। ਦੋਜ਼ਕ ਪਰਹਿ ਰਾਹ ਅਸ ਗਹਿਓ। ਤੇ ਉਹਨਾਂ ਨੇ ਇਹੋ ਜਿਹਾ ਰਸਤਾ ਅਖਤਿਆਰ ਕੀਤਾ ਹੈ ਜਿਸ ਕਰਕੇ ਤਾਂ ਉਹਨਾਂ ਨੂੰ ਨਰਕਾਂ ਦੇ ਵਿੱਚ ਹੀ, ਦੋਜ਼ਕਾਂ ਦੀ ਅੱਗ ਵਿੱਚ ਹੀ ਸੜਨਾ ਪੈਂਦਾ ਹੈ। ਨਹਿ ਕਹਿਨਹੂ ਖੁਦਾਏ ਮਗ ਲਹਿਓ। ਤੇ ਕਿਸੇ ਨੇ ਵੀ, ਨਾ ਹਿੰਦੂਆਂ ਨੇ ਤੇ ਨਾ ਤੁਹਾਡੇ ਗੁਰੂ ਸਾਹਿਬ ਨੇ, ਨਾ ਤੁਹਾਡੇ ਗੁਰੂ ਸਾਹਿਬ ਦੇ ਸਿੱਖਾਂ ਨੇ
ਖੁਦਾ ਦਾ ਰਸਤਾ ਜਿਹੜਾ ਹੈ, ਮਾਰਗ ਹੈ, ਖੁਦਾ ਦੀ ਪ੍ਰਾਪਤੀ ਦਾ ਨਹੀਂ ਪਾਇਆ। ਸੁਨ ਸ਼੍ਰੀ ਸਤਿਗੁਰ ਸੁਤ ਨੇ ਕਹਿਓ। ਤੇ ਇਸ ਤਰ੍ਹਾਂ ਔਰੰਗਜ਼ੇਬ ਦੀ ਸਭਾ ਦੇ ਵਿੱਚ ਗੁਰੂ ਘਰ ਦੇ ਨਿੰਦਕ ਨੇ, ਉਸ ਔਰੰਗੇ ਦੇ ਵਿਦਵਾਨ ਨੇ ਜਦੋਂ ਗੁਰੂ ਘਰ ਦੀ ਨਿੰਦਾ ਕੀਤੀ ਹੈ, ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਬਚਨ ਆਖਣ ਲੱਗੇ, ਸ਼੍ਰੀ ਨਾਨਕ ਕਿਨ ਤੇਜ ਨ ਸਹਿਓ। ਕਿ ਭਾਈ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਮਹਾਨ ਤੇਜ ਪ੍ਰਤਾਪ ਹੈ। ਕਿਸੇ ਨੇ ਵੀ, ਜਿਨ੍ਹਾਂ ਦੀ ਤੁਸੀਂ ਗੱਲਾਂ ਕਰਦੇ ਹੋ ਲੋਕਾਂ ਦੀਆਂ ਕਿ ਬੜੇ ਸ਼ਕਤੀ ਵਾਲੇ ਹੋਏ ਹਨ, ਕਿਸੇ ਨੇ ਵੀ ਮਹਾਰਾਜ ਸਾਹਿਬ ਜੀ ਦਾ ਤੇਜ ਪ੍ਰਤਾਪ ਝੱਲਿਆ ਨਹੀਂ। ਬਾਦ ਬਿਖੈ ਅਰ ਅਜ਼ਮਤ ਮਾਹੇ। ਤੇ ਕੋਈ ਚਰਚਾ ਕਰਨ ਭਾਵੇਂ ਕੋਈ ਆਇਆ, ਨਾ ਹੀ ਸਤਿਗੁਰੂ ਸਾਹਿਬ ਜੀ ਦੇ ਨਾਲ ਚਰਚਾ ਕਰਨ ਵਿੱਚ ਬਰਾਬਰੀ ਕਰ ਸਕਿਆ ਸਤਿਗੁਰਾਂ ਦੀ, ਤੇ ਨਾ ਹੀ ਕਿਸੇ ਪ੍ਰਕਾਰ ਅਰ ਅਜ਼ਮਤ ਮਾਹੇ। ਤੇ ਨਾ ਹੀ ਸ਼ਕਤੀ ਵਿੱਚ, ਕਰਾਮਾਤਾਂ ਵਿੱਚ ਵੀ ਬਰਾਬਰੀ ਸਤਿਗੁਰਾਂ ਦੀ ਕੋਈ ਨਹੀਂ ਕਰ ਸਕਿਆ। ਸਮਸਰ ਤਾਂ ਕੀ ਕੀਨਸ ਨਾਹੇ। ਤੇ ਇਸ ਕਰਕੇ ਕਿਸੇ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜੇਕਰ ਬਰਾਬਰੀ ਕਰਨੀ ਚਾਹੀ ਹੈ ਤਾਂ ਉਹ ਬਰਾਬਰੀ ਨਹੀਂ ਕਰ ਸਕਿਆ। ਗੋਰਖ ਆਦ ਪੀਰ ਮੁਲਤਾਨ। ਤੇ ਗੋਰਖ ਆਦਿਕ ਵੀ ਜਿਹੜੇ ਹੋਏ ਹਨ ਸਿੱਧ, ਉਹ ਵੀ ਹਾਰ ਗਏ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਚਰਚਾ ਕਰਨ ਵਿੱਚ। ਤੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਮੁਲਤਾਨ ਸ਼ਹਿਰ ਵਿਖੇ ਗਏ ਹਨ, ਜਿੱਥੇ ਬਹੁਤ ਭਾਰੀ ਪੀਰਾਂ ਦਾ ਗੜ੍ਹ ਮੰਨਿਆ ਜਾਂਦਾ ਸੀ, ਉਸ ਵੇਲੇ ਵੀ ਉਹਨਾਂ ਪੀਰਾਂ ਦੇ ਉੱਪਰ ਵੀ ਸਤਿਗੁਰੂ ਮਹਾਰਾਜ ਸਾਹਿਬ ਨੇ ਫਤਿਹ ਪਾਈ। ਮੱਕੇ ਬਹੁਰ ਮਦੀਨੇ ਥਾਨ। ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮੱਕੇ ਵਿਖੇ ਵੀ ਗਏ ਨੇ। ਉੱਥੇ ਵੀ ਜਿਹੜੇ ਜੋ ਪੀਰ ਸਨ, ਆਪਣੇ ਇਲਮ ਵਾਲੇ, ਆਪਣੀ ਸ਼ਕਤੀ ਵਾਲੇ, ਉਹ ਮਹਾਰਾਜ ਸਾਹਿਬ ਨਾਲ ਚਰਚਾ ਕਰਨ ਵਿੱਚ ਹਾਰ ਗਏ। ਔਰ ਮਦੀਨੇ ਵਾਲੇ ਅਸਥਾਨ 'ਤੇ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਭ ਥਾਂ 'ਤੇ ਫਤਿਹ ਹੋਈ ਹੈ। ਕੌਣ ਕੌਣ ਕੋ ਗਿਨਬੋ ਕਰੀ ਹੈ। ਤੇ ਇਸ ਤਰ੍ਹਾਂ ਬਾਬਾ ਰਾਮ ਰਾਏ ਜੀ ਕਹਿੰਦੇ ਹਨ, ਕਿਸ ਕਿਸ ਦੀ ਗਿਣਤੀ ਅਸੀਂ ਕਰੀਏ, ਕਿ ਕਿਸ ਕਿਸ ਨੂੰ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਅੱਗੇ ਝੁਕਣਾ ਪਿਆ ਹੈ। ਪੰਡਿਤ ਅਜ਼ਮਤ ਜੁਤ ਉਰ ਧਰੀ ਹੈ। ਜਿਹੜੇ ਪੰਡਿਤ ਹੋਏ ਨੇ, ਵਿਦਵਾਨ ਹੋਏ ਨੇ, ਔਰ ਅਨੇਕਾਂ ਹੀ ਜੋ ਸ਼ਕਤੀਆਂ ਵਾਲੇ, ਸ਼ਕਤੀਆਂ ਦੇ ਧਾਰਨੀ, ਬੜੇ ਹੀ ਕਰਾਮਾਤੀ ਮੰਨੇ ਜਾਂਦੇ ਸਨ। ਸਭ ਕੋ ਵਿਜੈ ਕੀਨ ਫਿਰ ਐਸੇ। ਇਹ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਭਨਾਂ ਦੇ ਉੱਪਰ ਫਤਿਹ ਕੀਤੀ ਹੈ। ਇਸ ਤਰ੍ਹਾਂ ਸੰਸਾਰ ਦੇ ਵਿੱਚ ਵੱਖ-ਵੱਖ ਦੇਸ਼ਾਂ ਵਿੱਚ ਵਿਚਰ ਕੇ ਸੂਰਜ ਹਤ ਹੈ ਤਿਮਰ ਕਹੋ ਜੈਸੇ। ਤੇ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਗਿਆਨੀਆਂ ਦੇ ਅਗਿਆਨ ਦਾ ਹਨੇਰਾ ਦੂਰ ਕੀਤਾ ਏ, ਔਰ ਗੁਮਾਨੀਆਂ ਦੇ ਮਨਾਂ ਦਾ ਜਿਹੜਾ ਗੁਮਾਨ ਹੈ, ਹੰਕਾਰ, ਇਵੇਂ ਨਾਸ ਕੀਤਾ ਜਿਵੇਂ ਕਿ ਸੂਰਜ ਹਨੇਰੇ ਨੂੰ ਨਾਸ ਕਰ ਦਿੰਦਾ। ਅਬ ਤਿਨ ਕੇ ਸਿੱਖ ਸੁਮਤ ਵਿਸਾਲੇ। ਤੇ ਹੁਣ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਜਿਹੜੇ ਸਿੱਖ ਹਨ, ਮਹਾਨ ਸ੍ਰੇਸ਼ਟ ਮਤ ਵਾਲੇ, ਚਹੈ ਸੋ ਕਰਹਿ ਅਰਹਿ ਕੋ ਨਾਲੇ। ਜਿਹੜੇ ਜੋ ਵੀ ਕਰਨਾ ਚਾਹੁੰਦੇ ਹਨ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਿੱਖ ਵੀ ਕਰ ਸਕਦੇ ਹਨ ਉਹ ਪੂਰਾ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਤਾਂ ਕਿਸੇ ਨੇ ਅੜ ਕਰਕੇ ਕੀ ਰਹਿਣਾ। ਸਤਿਗੁਰਾਂ ਦੇ ਜਿਹੜੇ ਜੋ ਬਚਨਾਂ ਦੇ ਅਨੁਸਾਰ ਚੱਲਣ ਵਾਲੇ ਸਿੱਖ ਹਨ, ਉਹਨਾਂ ਦੇ ਨਾਲ ਵੀ ਕੋਈ ਅੜ ਕਰਕੇ ਨਹੀਂ ਠਹਿਰ ਸਕੇਗਾ। ਜਗ ਮਹਿ ਤਿਨ ਕੀ ਛੁਪੀ ਨ ਬਾਤੀ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਵਡਿਆਈ ਦੀ ਗੱਲ ਹੈ, ਔਰ ਸਤਿਗੁਰੂ ਜੀ ਦੇ ਬਚਨਾਂ ਦੇ ਸਚਾਈ ਦੀ ਜੋ ਵਡਿਆਈ ਹੈ, ਕਿਤੇ ਲੁਕੀ ਛਿਪੀ ਨਹੀਂ ਹੈ। ਰੰਕ ਰਾਓ ਸਭ ਕੇ ਬਖਿਆਤੀ। ਭਾਵੇਂ ਕੋਈ ਰੰਕ ਹਨ, ਕੰਗਾਲ ਹਨ, ਜਾਂ ਕਿ ਰਾਜੇ ਮਹਾਰਾਜੇ ਹਨ, ਉਹਨਾਂ ਵਾਸਤੇ ਵੀ ਸਭ ਥਾਵਾਂ 'ਤੇ ਸਤਿਗੁਰੂ ਸਾਹਿਬ ਜੀ ਦੀ ਵਡਿਆਈ ਜਗ ਜ਼ਾਹਰ ਹੈ। ਜਿਮ ਸੂਰਜ ਕੋ ਪਾਏ ਪ੍ਰਕਾਸ਼। ਤੇ ਜਿਵੇਂ ਸੂਰਜ ਦਾ ਚਾਨਣ ਪ੍ਰਾਪਤ ਕਰਕੇ ਪਿਖ ਹੈ ਬਿਲੋਚਨ ਲਹਿ ਸੁਖ ਰਾਸ। ਤੇ ਨੇਤਰਾਂ ਦੇ ਨਾਲ ਵੇਖੀਦਾ ਏ, ਤੇ ਤਾਂ ਹੀ ਪ੍ਰਕਾਸ਼ ਦੇ ਚਾਨਣ ਦੇ ਵਿੱਚ ਬਹੁਤਾ ਸੁਖ ਪ੍ਰਾਪਤ ਹੁੰਦਾ ਹੈ। ਅੱਖਾਂ ਨਾਲ ਵੇਖ ਕਰਕੇ ਫਿਰ ਸੋ ਹਨੇਰੇ ਨੂੰ ਦੂਰ ਕੀਤਾ ਜਾਂਦਾ ਹੈ ਸੂਰਜ ਦਾ ਪ੍ਰਕਾਸ਼ ਪਾ ਕੇ। ਤੁਮ ਸਮ ਪੇਚਕ ਕਿਆ ਕੁਛ ਜਾਣੇ। ਤੇ ਬਾਬਾ ਰਾਮ ਰਾਏ ਜੀ ਬਚਨ ਕਰਦੇ ਨੇ, ਜਿਸ ਉਲਮਾਬ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਨਿੰਦਾ ਕੀਤੀ ਹੈ,
ਉਸ ਨੂੰ ਕਹਿੰਦੇ ਹਨ ਕਿ ਤੇਰੇ ਵਰਗੇ ਜਿਹੜੇ ਪੇਚਕ ਨੇ, ਉੱਲੂ ਬਿਰਤੀ ਵਾਲੇ ਹਨ, ਤੇਰੇ ਵਰਗੇ ਜੋ ਉੱਲੂ ਹਨ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗਿਆਨ ਦੇ ਪ੍ਰਕਾਸ਼ ਨੂੰ ਕੀ ਜਾਣਦੇ ਨੇ। ਅੰਧ ਹੋਹੇ ਬੈਠਤ ਇੱਕ ਥਾਨੇ। ਜਿਵੇਂ ਉੱਲੂ ਅੰਨਾ ਹੋ ਕੇ ਇੱਕ ਥਾਂ 'ਤੇ ਬੈਠ ਜਾਂਦਾ ਹੈ। ਜੇ ਸੂਰਜ ਦਾ ਪ੍ਰਕਾਸ਼ ਹੋਵੇ, ਚਾਨਣ ਹੋਵੇ ਬਹੁਤ, ਪਰ ਉੱਲੂ ਵਾਸਤੇ ਤਾਂ ਹਨੇਰਾ ਹੀ ਹੁੰਦਾ, ਇੱਕ ਥਾਂ 'ਤੇ ਹੀ ਉਹ ਬੈਠਾ ਰਹਿੰਦਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਗਿਆਨ ਦਾ ਪ੍ਰਕਾਸ਼ ਆਪਣਾ ਪ੍ਰਗਟ ਕੀਤਾ ਹੈ, ਪਰ ਤੇਰੇ ਜਿਹੇ ਜਿਹੜੇ ਨਿੰਦਕ ਹਨ, ਉਹ ਉੱਲੂ ਬਿਰਤੀ ਵਾਲੇ ਇੱਕ ਥਾਂ 'ਤੇ ਬੈਠੇ ਰਹਿੰਦੇ ਹੈ, ਉਹਨਾਂ ਵਾਸਤੇ ਤਾਂ ਹਨੇਰਾ ਹੀ ਹਨੇਰਾ ਰਹਿੰਦਾ ਹੈ, ਗਿਆਨ ਦੇ ਪ੍ਰਕਾਸ਼ ਨੂੰ ਫਿਰ ਵੀ ਨਹੀਂ ਪਾ ਸਕਦੇ। ਜਿਸ ਸੂਰਜ ਕੋ ਸਰਬ ਸਰਾਹੈ। ਤੇ ਜਿਸ ਸੂਰਜ ਨੂੰ ਸਾਰੇ ਹੀ ਸਲਾਹੁੰਦੇ ਹਨ, ਉਸ ਦਾ ਚਾਨਣ ਪ੍ਰਕਾਸ਼ ਪਾ ਕੇ। ਤਮ ਚਰ ਕਿਮ ਸੁਖ ਲਹਿ ਤਿਸ ਪਾਹੈ। ਤੇ ਜਿਸ ਸੂਰਜ ਦੇ ਪ੍ਰਕਾਸ਼ ਨੂੰ ਪਾ ਕੇ ਸਭ ਸੂਰਜ ਨੂੰ ਸਲਾਹੁੰਦੇ ਨੇ ਕਿ ਚੰਗਾ ਹੋਇਆ, ਸੂਰਜ ਦਾ ਪ੍ਰਕਾਸ਼ ਹੋ ਗਿਆ, ਚਾਨਣ ਹੋ ਗਿਆ, ਸਭ ਕੁਝ ਕਾਰਜ ਕਰਨੇ ਜਿਹੜੇ ਸੁਖਾਲੇ ਹੋ ਗਏ ਹਨ, ਵਿਹਾਰ ਕਰਨੇ ਸੌਖੇ ਹੋ ਗਏ ਹੈ। ਇਸ ਪ੍ਰਕਾਰ ਬਹੁਤ ਖੁਸ਼ ਹੁੰਦੇ ਹੈ ਲੋਕ। ਪਰ ਜਿਹੜਾ ਤਮਚਰ ਹੋਵੇ, ਜੋ ਹਨੇਰੇ ਦੇ ਵਿੱਚ ਵਿਚਰਨ ਵਾਲੇ ਉੱਲੂ ਚਮਗਿੱਦੜ ਆਦਿਕ ਨੇ, ਚਮ ਚੜਿੱਕਾਂ ਆਦਿਕ ਨੇ, ਸੋ ਇਸ ਪ੍ਰਕਾਰ ਉਹਨਾਂ ਨੂੰ ਬਹੁਤਾ ਦੁੱਖ ਹੀ ਦੁੱਖ ਹੁੰਦਾ ਹੈ। ਉਹ ਕਿਵੇਂ ਸੁਖ ਪਾ ਸਕਦੇ ਹਨ। ਤਸ ਕਰ ਗਾਢੋ ਚਹੈ ਅੰਧੇਰਾ। ਤੇ ਜਿਵੇਂ ਜੋ ਚੋਰ ਲੋਕ ਹੁੰਦੇ ਆ ਨਾ ਜਿਹੜੇ, ਉਹਨਾਂ ਨੂੰ ਵੀ ਬੜਾ ਹਨੇਰਾ ਹੀ ਚੰਗਾ ਲੱਗਦਾ ਹੈ। ਸੂਰਜ ਦਾ ਪ੍ਰਕਾਸ਼ ਜਿਵੇਂ ਉਹਨਾਂ ਨੂੰ ਚੰਗਾ ਨਹੀਂ ਲੱਗਦਾ, ਤਿਸ ਪ੍ਰਕਾਰ ਕੋ ਮਤ ਹੈ ਤੇਰਾ। ਤੇ ਉਸ ਪ੍ਰਕਾਰ ਦਾ ਤੇਰਾ ਜਿਹੜਾ ਹੈ ਮਤ ਹੈ, ਤੇਰਾ ਸੁਭਾਅ ਹੈ, ਇਹ ਨਿੰਦਕ ਉੱਲੂ ਬਿਰਤੀ ਹੈ ਤੇਰੀ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਜੋ ਗਿਆਨ ਦਾ ਪ੍ਰਕਾਸ਼ ਹੈ, ਗੁਰ ਸ਼ਬਦ ਦਾ ਜੋ ਪ੍ਰਕਾਸ਼ ਹੈ, ਤੈਨੂੰ ਚੰਗਾ ਨਹੀਂ ਲੱਗ ਰਿਹਾ। ਸੁਨ ਉਲਮਾਓ ਗਇਓ ਜਰ ਬਰਕੈ। ਤੇ ਇਸ ਪ੍ਰਕਾਰ ਜਦੋਂ ਬਾਬਾ ਰਾਮ ਰਾਏ ਜੀ ਨੇ ਬਚਨ ਕੀਤਾ, ਤੇ ਜਿਸ ਉਲਮਾਵ ਨੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਨਿਰਾਦਰੀ ਵਾਲੇ ਬੋਲ ਸੁਣਾਏ ਹੈ, ਬਹੁਤ ਜ਼ਿਆਦਾ ਉਹ ਸੜ ਬਲ ਗਿਆ। ਲਗਤਾ ਸਹਿ ਨ ਸਕੈ ਰਿਸ ਧਰ ਕੈ। ਤੇ ਇਸ ਤਰ੍ਹਾਂ ਜਦੋਂ ਬਾਬਾ ਜੀ ਦੇ ਬਚਨ ਸੁਣੇ ਹੈ, ਤਾਂ ਆਪਣੀ ਹੇਠੀ ਹੋਈ ਇਸਨੇ ਜਾਣੀ ਹੈ। ਔਰੰਗਜ਼ੇਬ ਦੀ ਸਭਾ ਦੇ ਵਿੱਚ ਬਹੁਤਾ ਗੁੱਸੇ ਵਿੱਚ ਆਇਆ, ਸਹਾਰ ਨਹੀਂ ਸਕਿਆ। ਬਾਕ ਚਾਲ ਬੜ ਸਭਾ ਮਝਾਰੇ। ਤੇ ਬਹੁਤ ਜੋ ਸਭਾ ਦੇ ਵਿੱਚ ਕੋਈ ਹੋਰ ਤਾਂ ਸੁਝਦਾ ਨਹੀਂ, ਇਸ ਨੂੰ ਕੋਈ ਬੋਲ ਸ਼ੁਭ ਬੋਲ ਤਾਂ ਔੜਦਾ ਨਹੀਂ ਹੈ। ਧੀਰਜ ਦੇ ਸਹਿਤ ਕੋਈ ਗੱਲ ਨਹੀਂ ਕਰ ਸਕਦਾ ਅੱਗੋਂ, ਸਗੋਂ ਬਕਵਾਸ ਹੀ ਕਰਨ ਲੱਗ ਪਿਆ। ਤਬ ਸ਼੍ਰੀ ਨਾਨਕ ਨਿੰਦ ਉਚਾਰੇ। ਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਹੋਰ ਨਿੰਦਾ ਕਰਨ ਲੱਗ ਪਿਆ ਹੈ। ਸਹਿ ਨ ਸਕਿਓ ਗੁਰ ਨੰਦਨ ਜਬੈ। ਤੇ ਜਦੋਂ ਬਹੁਤੀ ਨਿੰਦਾ ਗੁਰੂ ਘਰ ਦੀ ਕੀਤੀ ਹੈ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਕਰਨ ਲੱਗਾ ਹੈ, ਤਾਂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਨੇ ਸਹਾਰੀ ਨਹੀਂ। ਕ੍ਰੋਧ ਹੋਏ ਤਿਹ ਸੋ ਕਹਿ ਤਬੈ। ਤੇ ਬਹੁਤ ਬੀਰ ਰਸ ਵਿੱਚ ਆ ਕੇ ਫਿਰ ਉਸ ਉਲਮਾਵ ਵਿਦਵਾਨ ਨੂੰ ਕਹਿਣ ਲੱਗੇ ਹਨ, ਪੁਰਸ਼ੋਤਮ ਸ਼੍ਰੀ ਨਾਨਕ ਗੁਰ ਹੈ। ਕਿ ਉੱਤਮ ਪੁਰਖ ਹਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ। ਤਿਨ ਕੋ ਸੁਜਸ ਸਹਿਓ ਨਹਿ ਉਰ ਹੈ। ਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਜੋ ਸ੍ਰੇਸ਼ਟ ਜਸ ਹੈ, ਤੂੰ ਆਪਣੇ ਹਿਰਦੇ ਦੇ ਵਿੱਚ ਜਰਿਆ ਨਹੀਂ। ਜਿਸ ਰਸਨਾ ਸਿਉ ਨਿੰਦ ਬਖਾਨੀ। ਤੇ ਜਿਸ ਆਪਣੀ ਤੂੰ ਜ਼ੁਬਾਨ ਤੋਂ ਨਿੰਦਾ ਗੁਰੂ ਕੀ ਕੀਤੀ ਹੈ, ਸੋ ਅਬ ਬੋਲ ਸਕੈ ਨਹਿ ਬਾਣੀ। ਤੇ ਉਹ ਬੋਲ ਹੁਣ ਤੂੰ ਨਹੀਂ ਬੋਲ ਸਕੇਗਾ। ਜਿਹੜੇ ਤੂੰ ਬੋਲ ਆਪਣੀ ਜ਼ੁਬਾਨੋਂ ਪਹਿਲਾਂ ਬੋਲਦਾ ਰਿਹਾ ਹੈ ਨਾ, ਤੇ ਹੁਣ ਜੇ ਚਾਹੇ ਕਿ ਮੈਂ ਦੁਬਾਰਾ ਕਰਨੀ ਹੈ ਨਿੰਦਾ, ਤੇ ਹੁਣ ਨਹੀਂ ਬੋਲ ਸਕੇਗਾ। ਇਹੀ ਦੰਡ ਤੁਝ ਕੋ ਅਬ ਹੈ। ਤੇ ਗੁਰੂ ਕਿਆ ਨਿੰਦਕਾ, ਤੈਨੂੰ ਹੁਣ ਇਹੋ ਹੀ ਦੰਡ ਦਿੰਦੇ ਆ, ਤੇਰੇ ਵਾਸਤੇ ਇਹੋ ਹੀ ਸਜ਼ਾ ਹੈ। ਅਪਰ ਜੇ ਕਰੈ ਸਕਲ ਦੁਖ ਲਹੈ। ਤੇ ਹੋਰ ਵੀ ਜਿਹੜਾ ਕੋਈ ਕਰੇਗਾ ਨਾ ਗੁਰੂ ਘਰ ਦੀ ਨਿੰਦਾ, ਤੇ ਬਹੁਤੇ ਦੁੱਖ ਹੀ ਪਾਵੇਗਾ। ਇਮ ਸ਼੍ਰੀ ਰਾਮ ਰਾਏ ਜਬ ਕਹਿਓ। ਤੇ ਇਸ ਪ੍ਰਕਾਰ ਸ੍ਰੀ ਰਾਮ ਰਾਏ ਸਾਹਿਬ ਜੀ ਨੇ ਬਚਨ ਕੀਤਾ ਹੈ। ਔਰੰਗਜ਼ੇਬ ਬਾਦਸ਼ਾਹ ਦੀ ਸਭਾ ਦੇ ਵਿੱਚ ਜਿਹੜਾ ਗੁਰੂ ਘਰ ਦਾ ਨਿੰਦਕ ਹੈ, ਉਸ ਨੂੰ ਮੁਖਾਤਬ ਕਰਕੇ ਬਚਨ ਸੁਣਾਇਆ ਕਿ ਨਿੰਦਕਾ, ਬਹੁਤੀ ਨਿੰਦਾ ਤੂੰ ਕੀਤੀ ਹੈ, ਹੁਣ ਅੱਗੇ ਵਾਸਤੇ ਆਪਣੀ ਜ਼ੁਬਾਨ ਤੋਂ ਨਹੀਂ ਬਕ ਸਕੇਗਾ।
ਭਇਓ ਗੁੰਗ ਬਹੁ ਬੋਲਨ ਚਹਿਓ। ਤੇ ਐਸਾ ਬਚਨ ਜਦੋਂ ਸੁਣਿਆ ਹੈ, ਬਚਨ ਹੋਣ ਦੀ ਹੀ ਦੇਰ ਹੋਈ ਹੈ, ਤੇ ਨਾਲ ਹੀ ਜਿਹੜਾ ਬਹੁਤਾ ਨਿੰਦਾ ਕਰਨ ਵਾਲਾ ਨਿੰਦਕ ਇਹ ਗੁੰਗਾ ਹੀ ਹੋ ਗਿਆ ਹੈ। ਤੇ ਹੁਣ ਇਹ ਬੋਲਣਾ ਚਾਹੁੰਦਾ ਹੈ ਮੁਖ ਰਸਨਾ ਅਰ ਹੋਠ ਹਿਲਾਵੇ। ਤੇ ਆਪਣਾ ਮੂੰਹ ਹਿਲਾਉਂਦਾ ਹੈ, ਜ਼ੁਬਾਨ ਨੂੰ ਵੀ ਹਿਲਾਉਂਦਾ ਹੈ, ਤੇ ਆਪਣੇ ਬੁੱਲਾਂ ਨੂੰ ਵੀ ਹਿਲਾਉਣ ਦਾ ਯਤਨ ਕਰਦਾ ਹੈ, ਬੋਲਣ ਦੀ ਬਹੁਤ ਕੋਸ਼ਿਸ਼ ਕਰਦਾ ਹੈ। ਵਹਿਰ ਸ਼ਬਦ ਚਹਿ ਨਿਕਸ ਨ ਪਾਵੈ। ਆਪਣੇ ਮੂੰਹ ਤੋਂ ਆਵਾਜ਼ ਤਾਂ ਪ੍ਰਗਟ ਕਰਨਾ ਚਾਹੁੰਦਾ ਹੈ, ਪਰ ਇਸ ਕੋਲੋਂ ਨਹੀਂ ਆਵਾਜ਼ ਨਿਕਲਦੀ, ਬੋਲਿਆ ਨਹੀਂ ਜਾਂਦਾ। ਮੂਰਖ ਜਿਮ ਬੋਲਿਓ ਬੁਰਿਆਈ। ਤੇ ਜਿਸ ਤਰ੍ਹਾਂ ਬੁਰੇ ਬੋਲ ਬੋਲਿਆ ਹੈ ਨਾ ਗੁਰੂ ਘਰ ਦੀ ਨਿੰਦਾ ਦੇ, ਇਹ ਮੂਰਖ ਭਇਓ ਦੰਡ ਤਿਮ ਬਹੁ ਦੁਖ ਪਾਈ। ਐਵੇਂ ਇਸ ਨੂੰ ਉਸੇ ਤਰ੍ਹਾਂ ਦਾ ਹੀ ਦੰਡ ਮਿਲਿਆ। ਜਿਹੋ ਜਿਹੇ ਹੀ ਬੋਲ ਬੁਰੇ ਬੋਲੇ ਹੈ, ਉਸ ਦਾ ਫਲ ਇਸ ਨੂੰ ਮਿਲ ਗਿਆ, ਜਿਸ ਕਰਕੇ ਗੁੰਗਾ ਹੋ ਕੇ ਦੁੱਖ ਪਾਇਆ। ਅਨਕੋ ਪਾਵਨ ਤੇ ਨਹਿ ਬੋਲਾ। ਤੇ ਅਨੇਕਾਂ ਯਤਨ ਕੀਤੇ ਹੈ ਉਸਨੇ। ਬਾਅਦ ਵਿੱਚ ਕਵੀ ਜੀ ਦੱਸਦੇ ਉਸਨੇ ਬਹੁਤ ਅਨੇਕਾਂ ਹੀ ਇਲਾਜ ਵੀ ਕਰਵਾਏ ਹੈ, ਬੋਲਣ ਦਾ ਯਤਨ ਕਰਵਾਇਆ ਹੈ ਕਿ ਮੈਂ ਬੋਲ ਸਕਾਂ, ਕਿਸੇ ਤਰ੍ਹਾਂ ਮੇਰੀ ਜ਼ੁਬਾਨ ਚੱਲ ਸਕੇ, ਪਰ ਇਸ ਨੂੰ ਇਹ ਬੋਲਣ ਦੀ ਸ਼ਕਤੀ ਦੁਬਾਰਾ ਨਹੀਂ ਪ੍ਰਾਪਤ ਹੋਈ। ਜਬ ਲਗ ਜੀਵਿਓ ਰਹਿਓ ਅਬੋਲਾ। ਤੇ ਜਦੋਂ ਤੱਕ ਜਿਉਂਦਾ ਰਿਹਾ ਉਹਨਾਂ ਚਿਰ ਤੱਕ ਇਹ ਗੁੰਗਾ ਹੀ ਰਿਹਾ। ਲੋਕ ਸਭਾ ਕੇ ਸਭ ਬਿਸਮਾਏ। ਤੇ ਜਿੰਨੇ ਵੀ ਸਭਾ ਦੇ ਵਿੱਚ ਬੈਠਣ ਵਾਲੇ ਲੋਕ ਹੈ, ਬਾਬਾ ਰਾਮ ਰਾਏ ਜੀ ਦਾ ਬਚਨ ਹੋਣ ਤੇ ਉਲਮਾਵ ਜਦੋਂ ਗੁੰਗਾ ਹੋ ਗਿਆ ਹੈ, ਤੇ ਉਸ ਦਾ ਇਹ ਗੁੰਗਪੁਣਾ ਵੇਖ ਕਰਕੇ ਉਸ ਦਾ ਸੋ ਇਹ ਮੌਨ ਵੇਖ ਕੇ, ਚੁੱਪ ਹੋਇਆ ਵੇਖ ਕੇ ਬਹੁਤ ਹੈਰਾਨ ਹੋਏ ਹਨ। ਤਉ ਏਕ ਨੈ ਬਾਕ ਅਲਾਏ। ਭਾਵੇਂ ਕਿ ਹੈਰਾਨ ਤਾਂ ਹੋ ਗਏ ਹੈ, ਪਰ ਇੱਕ ਉਹਨਾਂ ਉਲਮਾਵਾਂ ਦੇ ਵਿੱਚੋਂ ਹੋਰ ਹੈ, ਉਹ ਗੱਲ ਕਰਨ ਲੱਗਾ। ਉੱਡ ਗਨ ਅਬ ਆਕਾਸ਼ ਮੈਂ ਨਾਹੀ। ਉਹ ਬਾਬਾ ਰਾਮ ਰਾਏ ਜੀ ਨੂੰ ਕਹਿੰਦਾ ਹੈ ਕਿ ਹੁਣ ਇਸ ਵੇਲੇ ਦਿਨ ਦਾ ਸਮਾਂ ਹੈ, ਆਕਾਸ਼ ਦੇ ਵਿੱਚ ਤਾਰੇ ਨਜ਼ਰ ਨਹੀਂ ਆ ਰਹੇ। ਕਹਾਂ ਗਏ ਆਵੈ ਪੁਨ ਕਾਹੀ। ਤੇ ਤੁਸੀਂ ਦੱਸੋ ਖਾਂ ਉਹ ਤਾਰੇ ਹੁਣ ਇਸ ਵੇਲੇ ਕਿੱਥੇ ਗਏ ਹੋਏ ਨੇ ਤੇ ਕਿੱਥੋਂ ਆਉਣਗੇ। ਸੁਨ ਤਿਸ ਤੇ ਗੁਰ ਨੰਦ ਉਚਾਰੇ। ਤੇ ਉਸ ਤੋਂ ਸੁਣ ਕੇ ਗੁਰੂ ਕੇ ਸਪੁੱਤਰ ਬਾਬਾ ਰਾਮ ਰਾਏ ਜੀ ਬਚਨ ਕਹਿੰਦੇ ਸਭ ਆਕਾਸ਼ ਮੈਂ ਅਬ ਹੈ ਤਾਰੇ। ਕਿ ਐ ਭਾਈ ਆਕਾਸ਼ ਦੇ ਵਿੱਚ ਤੂੰ ਕਹਿੰਦਾ ਹੈ ਕਿ ਤਾਰੇ ਨਹੀਂ ਹਨ, ਤਾਰੇ ਤਾਂ ਹਨ ਆਕਾਸ਼ ਵਿੱਚ। ਸੂਰਜ ਦਿਪਤਿਓ ਤੇਜ ਬਿਸਾਲਾ। ਪਰ ਸੂਰਜ ਦਾ ਬਹੁਤ ਜ਼ਿਆਦਾ ਪ੍ਰਕਾਸ਼ ਹੋ ਰਿਹਾ ਹੈ, ਉਸ ਦੀ ਤਪਸ਼ ਪੈ ਰਹੀ ਉਸ ਦੇ ਪ੍ਰਕਾਸ਼ ਦੀ। ਨਹਿ ਦੀਖਤ ਉੱਡ ਗਨ ਇਸ ਕਾਲਾ। ਜਿਸ ਕਰਕੇ ਉਸ ਦਾ ਬਹੁਤ ਜ਼ਿਆਦਾ ਚਾਨਣ ਹੋਣ ਕਰਕੇ ਜੋ ਆਕਾਸ਼ ਵਿੱਚ ਅਸਮਾਨ ਵਿੱਚ ਤਾਰੇ ਹਨ ਨਜ਼ਰ ਨਹੀਂ ਆਉਂਦੇ। ਮਾਰ ਤੰਡ ਪਸ਼ਚਮ ਅਸਤਾਵੈ। ਤੇ ਜਦੋਂ ਸੂਰਜ ਪੱਛਮ ਦੀ ਦਿਸ਼ਾ ਵੱਲ ਜਾ ਕੇ ਅਸਤ ਹੋ ਜਾਏਗਾ, ਡੁੱਬ ਜਾਵੇਗਾ, ਤਬ ਤਾਰਨ ਕੋ ਤੇਜ ਦਿਸਾਵੈ। ਤੇ ਤਦੋਂ ਫਿਰ ਜਿਹੜੇ ਤੂੰ ਤਾਰੇ ਕਹਿੰਦਾ ਹੈ ਨਾ ਕਿ ਮੈਨੂੰ ਤਾਰੇ ਦਿਨੇ ਨਹੀਂ ਦਿਸਦੇ, ਕਿਉਂ ਨਹੀਂ ਦਿਸਦੇ, ਕਿੱਥੇ ਗਏ ਹੋਏ ਨੇ, ਕਿੱਥੋਂ ਆਉਣਾ ਹੈ ਉਹਨਾਂ ਨੇ। ਤੇ ਉਹ ਤਾਂ ਤਾਰੇ ਆਕਾਸ਼ ਵਿੱਚ ਹਨ ਹੀ, ਪਰ ਦਿਸਣਗੇ ਤੈਨੂੰ ਉਦੋਂ ਜਦੋਂ ਸੂਰਜ ਪੱਛਮ ਦੀ ਦਿਸ਼ਾ ਵੱਲ ਜਾ ਕੇ ਅਸਤ ਹੋ ਜਾਏਗਾ। ਸੁਣ ਕੇ ਪੁਨ ਉਲਮਾਊ ਬਖਾਨੀ। ਤੇ ਇਹ ਸੁਣ ਕੇ ਫਿਰ ਉਹ ਜਿਹੜਾ ਉਲਮਾਵ ਹੈ, ਉਹ ਵਿਦਵਾਨ ਹੈ, ਕਹਿਣ ਲੱਗਾ ਏ ਸ਼੍ਰੀ ਨਾਨਕ ਇਮ ਉਚਰੀ ਬਾਣੀ। ਕਹਿੰਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਤਾਂ ਇਸ ਤਰ੍ਹਾਂ ਦੇ ਵਚਨ ਉਚਾਰਨ ਕੀਤੇ ਹਨ। ਸ਼੍ਰੀ ਮੁਖ ਵਾਕ ਜੇ ਸੋ ਚੰਦਾ ਉਗਵਹਿ। ਉਹ ਸ੍ਰੀ ਮੁਖ ਵਾਕ ਐਸਾ ਸਤਿਗੁਰਾਂ ਦਾ ਉਚਾਰਿਆ ਹੋਇਆ ਤੁਹਾਡੇ ਅੱਗੇ ਸੁਣਾਉਂਦਾ ਹਾਂ। ਉਹ ਕਹਿਣ ਲੱਗਾ ਏ ਕਿ ਸਤਿਗੁਰਾਂ ਦਾ ਇਹ ਵਚਨ ਉਸਨੇ ਪੜ੍ਹ ਕੇ ਸੁਣਾਇਆ ਕਿ ਸਤਿਗੁਰੂ ਜੀ ਦਾ ਫਰਮਾਨ ਹੈ, ਜੇ ਸੌ ਚੰਦਾ ਉਗਵਹਿ, ਜੇਕਰ 100 ਚੰਦਾ ਉਗਵਹਿ ਪ੍ਰਗਟ ਹੋ ਜਾਏ, ਭਾਵ 100 ਚੰਦਰਮਾ ਜਿਹੜਾ ਹੈ ਆਕਾਸ਼ ਦੇ ਵਿੱਚ ਪ੍ਰਗਟ ਹੋ ਜਾਏ, ਪ੍ਰਕਾਸ਼ਮਾਨ ਹੋ ਜਾਵੇ। ਸੂਰਜ ਚੜ੍ਹੇ ਹਜ਼ਾਰ। ਤੇ ਹਜ਼ਾਰਾਂ ਹੀ ਸੂਰਜ ਪ੍ਰਕਾਸ਼ਮਾਨ ਹੋ ਜਾਣ, ਚੜ ਜਾਣ। ਏਤੇ ਚਾਨਣ ਹੁੰਦਿਆਂ। ਤੇ ਇੰਨਾ ਜ਼ਿਆਦਾ ਚਾਨਣ ਹੁੰਦਿਆਂ ਹੋਇਆ ਵੀ ਗੁਰ ਬਿਨ ਘੋਰ ਅੰਧਾਰ। ਤੇ ਗੁਰੂ ਤੋਂ ਬਿਨਾਂ ਫਿਰ ਵੀ ਹਨੇਰਾ ਹੀ ਹਨੇਰਾ ਹੈ। ਇਹ ਬਚਨ ਇਸ ਨੇ ਸ਼ੰਕਾ ਕਰਨ ਵਾਸਤੇ ਸੁਣਾਇਆ ਕਿ ਤੁਹਾਡੇ ਗੁਰੂ ਸਾਹਿਬ ਨੇ ਤਾਂ ਇਹ ਬਚਨ ਕੀਤਾ ਹੈ
ਕਿ ਜੇਕਰ 100 ਚੰਦਰਮਾ ਵੀ ਪ੍ਰਗਟ ਹੋ ਜਾਣ, ਹਜ਼ਾਰਾਂ ਸੂਰਜ ਵੀ ਚੜ੍ਹ ਜਾਣ, ਤਾਂ ਵੀ ਗੁਰਾਂ ਤੋਂ ਬਿਨਾਂ ਤਾਂ ਹਨੇਰਾ ਹੀ ਹਨੇਰਾ ਹੈ। ਚੌਪਈ ਸੂਰਜ ਤੇ ਗੁਰ ਤੇਜ ਵਿਸਾਲਾ। ਤੇ ਇਸ ਤਰ੍ਹਾਂ ਬਚਨ ਐਸਾ ਕਿਹਾ ਹੈ ਕਿ ਸੂਰਜ ਦੇ ਨਾਲੋਂ ਵੀ ਜ਼ਿਆਦਾ ਤੇਜ ਪ੍ਰਤਾਪ ਹੈ, ਗੁਰੂ ਕਾ ਪ੍ਰਕਾਸ਼ ਜ਼ਿਆਦਾ ਹੈ। ਇਨ ਤੁਕ ਮਹਿ ਅਸ ਅਰਥ ਸੁਖਾਲਾ। ਤੇ ਇਸ ਪ੍ਰਕਾਰ ਦਾ ਕਹਿੰਦਾ ਕਿ ਮੈਨੂੰ ਅਰਥ ਜਿਹੜਾ ਸੌਖਾ ਹੀ ਇਹਨਾਂ ਪੰਕਤੀਆਂ ਦੇ ਵਿੱਚੋਂ ਸਮਝ ਆਉਂਦਾ ਹੈ। ਤਿਸ ਪਰ ਪ੍ਰਸ਼ਨ ਮੋਹੇ ਇਮ ਪਾਵਹੁ। ਤੇ ਇਸ ਪ੍ਰਕਾਰ ਮੈਨੂੰ ਇਹ ਸਵਾਲ ਇਸ ਪੰਕਤੀ ਤੇ ਇਹਨਾਂ ਵਚਨਾਂ ਤੇ ਸੁਝ ਰਿਹਾ ਹੈ ਕਿ ਜੋ ਇਹਨਾਂ ਦੇ ਉੱਪਰ ਮੈਂ ਸਵਾਲ ਉਠਾਇਆ ਹੈ ਤੇ ਇਸ ਬਦਲੇ ਮੈਨੂੰ ਇਸ ਦਾ ਜਵਾਬ ਜੋ ਹੈ ਮਿਲਣਾ ਚਾਹੀਦਾ ਹੈ। ਤੁਮ ਗੁਰ ਰੂਪ ਜਗਤ ਕਹਿਲਾਵਹੁ। ਕਿ ਤੁਸੀਂ ਗੁਰੂ ਕੇ ਸਰੂਪ ਹੋ, ਗੁਰੂ ਸਰੂਪ ਹੋ, ਜਗਤ ਵਿੱਚ ਗੁਰੂ ਕਹੇ ਜਾਂਦੇ ਹੋ। ਭਾਵ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤੁਹਾਨੂੰ ਭੇਜਿਆ ਅਤੇ ਤੁਹਾਡੇ ਜੋ ਗੁਰੂ ਸਾਹਿਬ ਹਨ, ਗੁਰੂ ਸਰੂਪ ਹਨ, ਪਰਮੇਸ਼ਰ ਸਰੂਪ ਕਹੇ ਜਾਂਦੇ ਹੈ। ਉਹਨਾਂ ਵੱਲੋਂ ਤੁਹਾਨੂੰ ਜੋ ਭੇਜਿਆ ਗਿਆ ਹੈ ਆਪਣੀ ਸਮਰੱਥਾ ਬਖਸ਼ਿਸ਼ ਦੇ ਕਰਕੇ। ਚਾਹੀਅਤ ਹੈ ਬੜ ਤੇਜ ਤੁਮਾਰੋ। ਤੇ ਇਸ ਪ੍ਰਕਾਰ ਉਹਨਾਂ ਵੱਲੋਂ ਜੈਸਾ ਕਿ ਬਹੁਤਾ ਤੇਜ ਪ੍ਰਤਾਪ ਹੈ ਗੁਰੂ ਕਾ, ਉਹ ਬਹੁਤ ਜ਼ਿਆਦਾ ਤੁਹਾਡਾ ਹੋਣਾ ਚਾਹੀਦਾ। ਤੁਸੀਂ ਗੁਰੂ ਸਰੂਪ ਹੋ, ਗੁਰੂ ਕਾ ਹੀ ਰੂਪ ਹੋ, ਤਾਂ ਫਿਰ ਤੁਹਾਡੇ ਗੁਰੂ ਸਾਹਿਬ ਜੀ ਦਾ ਜਾਂ ਤੁਹਾਡਾ ਜਿਨ੍ਹਾਂ ਨੇ ਤੁਹਾਡੇ ਉੱਪਰ ਬਖਸ਼ਿਸ਼ ਕੀਤੀ ਹੈ, ਜੋ ਬਹੁਤ ਜ਼ਿਆਦਾ ਪ੍ਰਕਾਸ਼ ਹੋਣਾ ਚਾਹੀਦਾ। ਜਿਵੇਂ ਆਕਾਸ਼ ਦੇ ਵਿੱਚ ਜਿਵੇਂ ਦੱਸਿਆ ਕਿ ਸੂਰਜ ਦਾ ਪ੍ਰਕਾਸ਼ ਹੈ, ਹਜ਼ਾਰਾਂ ਜੋ ਸੂਰਜ ਚੜ੍ਹ ਜਾਣ, ਸੈਂਕੜੇ ਚੰਦਰਮਾ ਹੋਣ, ਤਾਂ ਵੀ ਗੁਰੂ ਕਾ ਪ੍ਰਕਾਸ਼ ਜ਼ਿਆਦਾ ਹੈ। ਗੁਰੂ ਸਾਹਿਬ ਜੀ ਤੋਂ ਬਿਨਾਂ ਹਨੇਰਾ ਹੀ ਹਨੇਰਾ ਹੈ, ਤਾਂ ਫਿਰ ਤੁਹਾਡਾ ਪ੍ਰਕਾਸ਼ ਇੰਨਾ ਕਿਉਂ ਨਹੀਂ ਹੈ। ਹੋਏ ਨ ਬਹੁ ਸੂਰਜ ਉਜਿਆਰੋ। ਤੇ ਜਿਹੜਾ ਬਹੁਤਾ ਜ਼ਿਆਦਾ ਸੂਰਜ ਦਾ ਜਿਹੜਾ ਪ੍ਰਕਾਸ਼ ਹੈ ਉਹ ਤਾਂ ਫਿਰ ਹੋਵੇ ਨਾ। ਤੁਹਾਡੇ ਪ੍ਰਕਾਸ਼ ਅੱਗੇ ਤਾਂ ਫਿਰ ਉਹ ਜੋ ਪ੍ਰਕਾਸ਼ ਹੈ ਉਹ ਧੀਮਾ ਪੈ ਜਾਵੇ, ਮੱਧਮ ਪੈ ਜਾਏ। ਜਾਂ ਤੇ ਤਿਸ ਕੋ ਤੇਜ ਦਬਾਏ। ਤੇ ਇਸ ਕਰਕੇ ਜੇ ਤੁਹਾਡਾ ਇੰਨਾ ਪ੍ਰਕਾਸ਼ ਹੈ, ਜੇ ਵਚਨ ਸੱਚੇ ਹਨ, ਤਾਂ ਫਿਰ ਤੁਹਾਡੇ ਪ੍ਰਕਾਸ਼ ਕਰਕੇ, ਗੁਰਾਂ ਦਾ ਪ੍ਰਕਾਸ਼ ਕਰਕੇ ਤਾਂ ਜਿਹੜੇ ਸੂਰਜ ਦਾ ਜੋ ਪ੍ਰਕਾਸ਼ ਹੈ ਉਹ ਤਾਂ ਫਿਰ ਦੱਬਿਆ ਜਾਵੇ ਹੇਠਾਂ। ਦਿਨ ਮਹਿ ਉਡਗਨ ਦੇਹੁ ਦਿਖਾਏ। ਤੇ ਫਿਰ ਤਾਂ ਤੁਸੀਂ ਆਪਣੇ ਪ੍ਰਕਾਸ਼ ਦੁਆਰਾ ਆਪਣਾ ਜੋ ਪ੍ਰਕਾਸ਼ ਪਾ ਕਰਕੇ ਸੂਰਜ ਦਾ ਜਿਹੜਾ ਚਾਨਣ ਹੈ ਉਸ ਨੂੰ ਦਬਾ ਸਕਦੇ ਹੋ। ਤੇ ਜਿਵੇਂ ਤੁਸੀਂ ਆਖਿਆ ਕਿ ਸੂਰਜ ਡੁੱਬ ਜਾਵੇਗਾ ਤਾਂ ਫਿਰ ਤਾਰੇ ਨਜ਼ਰ ਆ ਜਾਣਗੇ, ਉਹ ਸੂਰਜ ਦਾ ਪ੍ਰਕਾਸ਼ ਦਬਾ ਕੇ ਤੁਸੀਂ ਦਿਨੇ ਵੀ ਮੈਨੂੰ ਤਾਰੇ ਵਿਖਾ ਦਿਓ। ਲਖ ਹੈ ਤਬ ਹੈ ਇਹ ਸਾਚੋ ਬਾਚਾ। ਤਾਂ ਇਹ ਉਲਮਾਵ ਕਹਿੰਦਾ ਹੈ ਕਿ ਗੁਰੂ ਕਿਸ ਪੁੱਤਰ ਜੀ, ਜਿਹੜਾ ਇਹ ਗੁਰਬਾਣੀ ਵਿੱਚ ਬਚਨ ਕਿਹਾ ਹੈ ਤਾਂ ਮੈਂ ਸਮਝਾਂਗਾ ਕਿ ਇਹ ਬਚਨ ਸੱਚਾ ਆਖਿਆ ਹੈ। ਜੇਕਰ ਤੁਹਾਡੇ ਪ੍ਰਤਾਪ ਕਰਕੇ, ਗੁਰਾਂ ਦੇ ਪ੍ਰਕਾਸ਼ ਕਰਕੇ ਜੋ ਪ੍ਰਤੱਖ ਸੂਰਜ ਜੋ ਸੰਸਾਰ ਵਿੱਚ ਚਾਨਣ ਦੇ ਰਿਹਾ ਹੈ ਉਸ ਦਾ ਪ੍ਰਕਾਸ਼ ਦੱਬਿਆ ਜਾਏ, ਨਾ ਹੈ ਤਾਂ ਹਮ ਜਾਣ ਹੈ ਕਹਿ ਕਾਚਾ। ਤੇ ਮੈਂ ਜਾਣਾਂਗਾ ਕਿ ਫਿਰ ਇਹ ਜਿਹੜਾ ਬਚਨ ਗੁਰਬਾਣੀ ਵਿੱਚ ਸਤਿਗੁਰਾਂ ਨੇ ਆਖਿਆ ਉਹ ਸੱਚਾ ਹੀ ਹੈ। ਤੇ ਜੇ ਇਸ ਤਰ੍ਹਾਂ ਤੁਹਾਡਾ ਪ੍ਰਕਾਸ਼ ਨਾ ਪਿਆ, ਪ੍ਰਤੱਖ ਜਿਹੜਾ ਚੜਿਆ ਹੋਇਆ ਸੂਰਜ ਹੈ ਉਸ ਦਾ ਪ੍ਰਕਾਸ਼ ਹੇਠਾਂ ਨਾ ਦੱਬਿਆ ਗਿਆ, ਤਾਂ ਅਸੀਂ ਆਖਾਂਗੇ ਕਿ ਬਚਨ ਝੂਠਾ ਹੈ। ਸੁਨ ਸ਼੍ਰੀ ਰਾਮ ਰਾਏ ਨੇ ਭਾਖਾ। ਤੇ ਇਸ ਤਰ੍ਹਾਂ ਉਸ ਉਲਮਾਬ ਵਿਦਵਾਨ ਤੋਂ ਸੁਣ ਕੇ ਬਾਬਾ ਰਾਮ ਰਾਏ ਜੀ ਨੇ ਬਚਨ ਕਿਹਾ, ਇਸ ਸ਼ਲੋਕ ਮੈਂ ਅਰਥ ਜੋ ਰਾਖਾ। ਕਿ ਭਾਈ ਇਸ ਸ਼ਲੋਕ ਵਿੱਚ, ਇਸ ਸ਼ਬਦ ਦੇ ਵਿੱਚ ਜਿਹੜਾ ਅਰਥ ਰੱਖਿਆ ਹੋਇਆ, ਸੋ ਤੁਮ ਨਹਿ ਜਾਣਤ ਹੋ ਨੀਕੇ। ਤੇ ਉਹ ਚੰਗੀ ਤਰ੍ਹਾਂ ਤੂੰ ਸਮਝਦਾ ਨਹੀਂ ਹੈ। ਇਸ ਵਿੱਚ ਕੀ ਭੇਦ ਹੈ, ਕੀ ਇਸ ਦੀ ਵਿਚਾਰ ਹੈ, ਕਿਸ ਪ੍ਰਕਾਰ ਕਿਹਾ ਹੈ, ਕਿਸ ਚਾਨਣ ਕਿਸ ਪ੍ਰਕਾਸ਼ ਦੀ ਗੱਲ ਕੀਤੀ ਹੋਈ ਹੈ। ਕਿ ਜਿਹੜਾ ਬਾਹਰਲਾ ਪ੍ਰਕਾਸ਼ ਹੈ, ਭਾਵੇਂ ਕਿ ਚੰਦਰਮਾ ਦਾ ਵੀ ਬਹੁਤ ਪ੍ਰਕਾਸ਼ ਹੈ, ਸੈਂਕੜੇ ਚੰਦਰਮਾ ਆਕਾਸ਼ ਵਿੱਚ ਅਸਮਾਨੀ ਦਿਸਣ ਲੱਗ ਪੈਣ, ਪ੍ਰਗਟ ਹੋ ਜਾਣ, ਹਜ਼ਾਰਾਂ ਵੀ ਸੂਰਜ ਪ੍ਰਕਾਸ਼ਮਨ ਹੋ ਜਾਣ, ਚੜ੍ਹ ਜਾਣ, ਤਾਂ ਵੀ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਤੋਂ ਬਗੈਰ ਹਿਰਦਿਆਂ ਦਾ ਹਨੇਰਾ ਗਿਆਨਤਾ ਦਾ ਜਿਹੜਾ ਹੈ ਉਹ ਦੂਰ ਨਹੀਂ ਹੋ ਸਕਦਾ। ਐਸਾ ਵਿੱਚ ਭੇਦ ਹੈ, ਤੂੰ ਇਸ ਗੱਲ ਨੂੰ ਨਹੀਂ ਸਮਝਦਾ ਹੈ। ਕਿਮ ਸ਼ੁਭ ਲਖੋ ਕਟਿਲ ਹੋ ਜੀ ਕੇ। ਕਿਉਂਕਿ ਤੂੰ ਸ਼ੁਭ ਜਿਹੜੀ ਸਿੱਖਿਆ ਹੈ, ਸ਼ੁਭ ਵਿਚਾਰ, ਉਸ ਨੂੰ ਨਹੀਂ ਸਮਝ ਸਕਦਾ। ਜਿਹੜਾ ਹਿਰਦੇ ਦਾ ਕੁਟਿਲ ਮਤ ਵਾਲਾ ਹੋਵੇ, ਛਲੀਆ ਹੋਵੇ, ਉਸ ਨੂੰ ਸ਼ੁਭ ਵਿਚਾਰ ਦੀ ਸਮਝ ਨਹੀਂ ਹੈ ਆਉਂਦੀ।
ਤੇ ਤੂੰ ਛਲਿਆ ਹੈ, ਅੰਦਰ ਤੇਰੇ ਛਲ ਕਪਟ ਹੈ। ਹਿਰਦੇ ਦੇ ਵਿੱਚ ਭਾਵਨਾ ਨਹੀਂ ਹੈ। ਸ਼ਰਧਾ ਹੋਵੇ, ਭਾਵਨਾ ਹੋਵੇ, ਤਾਂ ਸ਼ੁਭ ਵਿਚਾਰ ਦੀ ਤੈਨੂੰ ਸ਼ਬਦ ਵਿੱਚੋਂ ਸਮਝ ਆਏ। ਇਸੀ ਅਰਥ ਕੇ ਨਹਿ ਅਧਿਕਾਈ, ਤੇ ਇਸ ਅਰਥ ਦੇ ਇਸੀ ਅਰਥ ਕੇ ਨਹਿ ਅਧਿਕਾਰੀ। ਅਧਿਕਾਰੀ ਜਿਹੜੇ ਤੂੰ ਅਧਿਕਾਰੀ ਨਹੀਂ ਹੈ ਇਸ ਸ਼ਬਦ ਦੇ ਸਮਝਣ ਦਾ। ਇਸ ਦੇ ਜੋ ਅਰਥ ਨੂੰ ਸਮਝਣ ਵਾਸਤੇ ਤੇਰੀ ਸਮਰੱਥਾ ਨਹੀਂ ਹੈ। ਜਾਂ ਤੇ ਹਮ ਨਹਿ ਕਰਤ ਉਚਾਰੀ, ਤੇ ਇਸ ਲਈ ਅਸੀਂ ਬਚਨ ਤੈਨੂੰ ਕੀ ਸੁਣਾਈਏ ਜਦੋਂ ਤੂੰ ਅਧਿਕਾਰੀ ਹੀ ਨਹੀਂ ਹੈ, ਸਮਝਣ ਵਾਲਾ ਨਹੀਂ ਹੈ, ਤੇਰੇ ਮਨ ਵਿੱਚ ਭਾਵਨਾ ਨਹੀਂ ਹੈ। ਤੁਮ ਕੋ ਤਾਰੇ ਦੇ ਦਿਖਰਾਏ, ਤੇ ਜੇ ਤੂੰ ਦਿਨੇ ਤਾਰੇ ਵੇਖਣਾ ਚਾਹੁੰਦਾ ਹੈ ਤਾਂ ਤੈਨੂੰ ਦਿਨੇ ਵੀ ਤਾਰੇ ਦਿਖਾ ਦਿੰਦੇ, ਦਿਨੇ ਤਾਰੇ ਦਿਖਾ ਦਿੰਦੇ ਹਾਂ ਅਸੀਂ। ਸ਼੍ਰੀ ਨਾਨਕ ਜੇ ਕਰ ਜਗਰਾਏ, ਤੇ ਜੇਕਰ ਜਗਤ ਦੇ ਰਾਜਾ ਸਰੂਪ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਲਾ ਵਰਤਾ ਦੇਣ, ਤੀਨ ਲੋਕ ਮਹਿਮਾਨ ਹੈ ਆਨ। ਤੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਜੋ ਆਨ ਹੈ, ਜੋ ਆਗਿਆ ਹੈ, ਤਿੰਨਾਂ ਲੋਕਾਂ ਵਿੱਚ ਮੰਨੀ ਜਾਂਦੀ ਹੈ। ਦੇਵ ਦੈਤ ਪਰ ਸੁਜਸ ਮਹਾਨ, ਦੇਵਤਿਆਂ ਉੱਪਰ ਵੀ ਤੇ ਦੈਂਤਾਂ ਦੇ ਉੱਤੇ ਵੀ ਮਹਾਨ ਜਸ ਮਹਾਰਾਜ ਜੀ ਦਾ ਛਾਇਆ ਹੋਇਆ। ਤਉ ਸੂਰਜ ਕੋ ਤੇਜ ਦਬਾਏ, ਤੇ ਐਸਾ ਜੇਕਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਤੇਜ ਪ੍ਰਤਾਪ ਹੈ ਨਾ, ਸਤਿਗੁਰੂ ਜੀ ਦਾ ਮਹਾਨ ਜਸ ਸਭਨਾਂ ਦੇ ਉੱਪਰ ਛਾਇਆ ਹੋਇਆ, ਤਾਂ ਜਿਹੜਾ ਸੂਰਜ ਦਾ ਇਹ ਪ੍ਰਕਾਸ਼ ਹੈ ਉਸ ਨੂੰ ਸਤਿਗੁਰੂ ਜੀ ਦਾ ਪ੍ਰਤਾਪ ਹੁਣ ਦਬਾ ਲਏਗਾ। ਉਡਗਨ ਦਿਪਤ ਹੈ ਨਭ ਦਿਖਰਾਏ, ਤੇ ਜਿਹੜੇ ਆਕਾਸ਼ ਵਿੱਚ ਤੈਨੂੰ ਨਜ਼ਰ ਆ ਜਾਣਗੇ, ਪ੍ਰਗਟ ਹੀ ਪ੍ਰਕਾਸ਼ਮਾਨ ਦਿਸਦੇ ਹੋਏ ਤਾਰੇ ਨਜ਼ਰ ਆਉਣਗੇ ਹੁਣੇ ਦਿਨੇ ਹੀ। ਇਮ ਸ਼੍ਰੀ ਰਾਮ ਰਾਏ ਜਬ ਕਹਿਓ, ਤੇ ਇਸ ਤਰ੍ਹਾਂ ਸ੍ਰੀ ਰਾਮ ਰਾਏ ਜੀ ਨੇ ਜਦੋਂ ਬਚਨ ਕੀਤਾ ਹੈ, ਉਪਰ ਗਗਨ ਦਿਸ਼ਾ ਤਬ ਲਹਿਓ, ਤਾਂ ਫਿਰ ਉਹ ਉਲਮਾਵ ਅਸਮਾਨ ਵੱਲ ਨੂੰ ਉਤਾਂਹ ਦੇਖਣ ਲੱਗ ਪਿਆ। ਸੂਰਜ ਜੋਤ ਮੰਦ ਹੋਏ ਗਈ, ਕੀ ਵੇਖਦੇ ਹਨ? ਹੋਰ ਵੀ ਸਭ ਵੇਖ ਰਹੇ ਹੈ ਕਿ ਵਚਨ ਹੀ ਕਿਹਾ ਹੈ, ਜਾਂ ਜਿਹੜਾ ਜੋ ਸੂਰਜ ਪ੍ਰਕਾਸ਼ਮਾਨ ਹੈ ਆਕਾਸ਼ ਦੇ ਵਿੱਚ, ਉਸ ਦਾ ਪ੍ਰਕਾਸ਼ ਮੱਧਮ ਪੈ ਗਿਆ। ਉਡਗਨ ਸਭਨ ਦਿਖਾਈ ਦਈ, ਤੇ ਸਭ ਤਾਰਿਆਂ ਨੇ ਆਕਾਸ਼ ਵਿੱਚ ਅਸਮਾਨ ਅੰਦਰ ਦਿਖਾਈ ਦੇ ਦਿੱਤੀ ਹੈ। ਕਹਿਓ ਬਿਲੋ ਕਹੋ ਅਬ ਅਸਮਾਨ, ਬਾਬਾ ਰਾਮ ਰਾਏ ਜੀ ਨੇ ਵਚਨ ਆਖਿਆ ਕਿ ਤੂੰ ਦਿਨੇ ਤਾਰੇ ਵੇਖਣਾ ਚਾਹੁੰਦਾ ਹੈ, ਵੇਖ ਲੈ ਹੁਣ ਅਸਮਾਨ ਵੱਲ। ਸ਼੍ਰੀ ਨਾਨਕ ਕੋ ਤੇਜ ਮਹਾਨ, ਜਾਣ ਲੈ ਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਮਹਾਨ ਤੇਜ ਪ੍ਰਤਾਪ ਪ੍ਰਗਟ ਹੋਇਆ। ਸੁਨਤ ਸਭਾ ਮਹਿ ਬਦਨ ਉਠਾਏ, ਤੇ ਇਸ ਪ੍ਰਕਾਰ ਵਚਨ ਸੁਣ ਕੇ ਜਿਹੜੇ ਸਭਾ ਦੇ ਵਿੱਚ ਬੈਠੇ ਹੋਏ ਹੈ, ਉਹਨਾਂ ਨੇ ਆਪਣੇ ਮੂੰਹ ਉਤਾਂਹ ਨੂੰ ਚੁੱਕ ਲਏ ਹਨ ਆਕਾਸ਼ ਵੱਲ। ਦਿਨ ਮਹਿ ਉਡਗਨ ਗਗਨ ਦਿਖਾਏ, ਤੇ ਫਿਰ ਉਹਨਾਂ ਨੇ ਜਾਣ ਲਿਆ ਹੈ ਕਿ ਦਿਨ ਦੇ ਸਮੇਂ ਵਿੱਚ ਹੀ ਅਸਮਾਨ ਉੱਤੇ ਤਾਰੇ ਵਿਖਾ ਦਿੱਤੇ ਹਨ ਇਹਨਾਂ ਨੇ। ਹੇਰ ਹੇਰ ਅਚਰਜ ਉਰ ਹੋਏ, ਵੇਖ ਵੇਖ ਕੇ ਬਹੁਤ ਜ਼ਿਆਦਾ ਹੈਰਾਨ ਹੋਣ ਲੱਗ ਪਏ ਸਭ। ਜਾਣਤ ਭਏ ਤੇਜ ਸਭ ਕੋਏ, ਜਾਣ ਗਏ ਕਿ ਬਹੁਤ ਜ਼ਿਆਦਾ ਤੇਜ ਪ੍ਰਤਾਪ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ, ਜੋ ਪ੍ਰਗਟ ਹੀ ਦਿਖਾ ਦਿੱਤਾ ਹੈ ਸਤਿਗੁਰਾਂ ਦੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਨੇ। ਸਗਰੇ ਪੁਰ ਮਹਿ ਰੋਰਾ ਪਰਿਓ, ਸਾਰੇ ਨਗਰ ਦੇ ਵਿੱਚ, ਦਿੱਲੀ ਸ਼ਹਿਰ ਦੇ ਵਿੱਚ ਰੌਲਾ ਪਿਆ। ਦਿਨ ਮਹਿ ਤਾਰਨ ਬ੍ਰਿੰਦ ਨਿਹਰਿਓ, ਇਸ ਗੱਲ ਦੀ ਚਰਚਾ ਹੋਣ ਲੱਗ ਪਈ। ਸਭ ਇੱਕ ਦੂਸਰੇ ਨੂੰ ਦੱਸਦੇ ਹਨ ਕਿ ਬਹੁਤ ਸਾਰੇ ਤਾਰੇ ਦਿਨੇ ਹੀ ਦਿਸਣ ਲੱਗ ਪਏ ਹਨ। ਕਰਾਮਾਤ ਗੁਰ ਤਾਤ ਲਗਾਈ, ਤੇ ਇਸ ਤਰ੍ਹਾਂ ਦੱਸਦੇ ਨੇ ਇੱਕ ਦੂਜੇ ਨੂੰ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਾਹਿਬਜ਼ਾਦੇ ਨੇ ਕਰਾਮਾਤ ਦਿਖਾਈ ਹੈ। ਸੂਰਜ ਕੀ ਅਬ ਜੋਤ ਦਬਾਈ, ਤੇ ਸੂਰਜ ਦਾ ਪ੍ਰਕਾਸ਼ ਜਿਸ ਕਰਕੇ ਦੱਬਿਆ ਗਿਆ। ਪੁਨ ਇੱਕ ਦਿਨ ਮਹਿ ਸਭਾ ਮਝਾਰ, ਇਸ ਪ੍ਰਕਾਰ ਫਿਰ ਜਿਵੇਂ ਦਿਨੇ ਹੀ ਤਾਰੇ ਉਸ ਨੂੰ ਵਿਖਾ ਦਿੱਤੇ ਹੈ, ਸਭ ਹੈਰਾਨ ਹੋਏ ਜਿਸਨੇ ਵੇਖਣਾ ਚਾਹਿਆ ਗੁਰੂ ਕੇ ਪ੍ਰਤਾਪ ਦੁਆਰਾ। ਫਿਰ ਹੋਰ ਇੱਕ ਦਿਨ ਦੀ ਗੱਲ ਸੁਣੋ ਕਿ ਸਭਾ ਦੇ ਵਿੱਚ ਆਇਓ ਸ਼੍ਰੀ ਹਰਿ ਰਾਏ ਕੁਮਾਰ, ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਸੁਪੁੱਤਰ ਬਾਬਾ ਰਾਮ ਰਾਏ ਜੀ ਆਏ ਬਾਦਸ਼ਾਹ ਔਰੰਗਜ਼ੇਬ ਦੇ ਕੋਲ। ਸਾਦਰ ਬੈਠੇ ਸਭ ਹਿਨ ਮਾਹੂ, ਤੇ ਬੜੇ ਆਦਰ ਦੇ ਸਹਿਤ ਸਭਨਾਂ ਦੇ ਸਾਹਮਣੇ ਬਾਬਾ ਰਾਮ ਰਾਏ ਜੀ ਨੂੰ ਔਰੰਗਜ਼ੇਬ ਬਾਦਸ਼ਾਹ ਨੇ ਬਿਠਾਇਆ। ਖੇਲਹਿ ਚੌਪਰ ਚਾਹਿਓ ਸ਼ਾਹੂ, ਔਰੰਗਜ਼ੇਬ ਨੇ ਚਾਹਿਆ
ਕਿ ਅਸੀਂ ਹੁਣ ਚੌਪੜ ਦੀ ਖੇਡ ਜੋ ਹੈ ਉਹ ਖੇਡਣਾ ਕਰੀਏ। ਮਹਿਦ ਖਿਲਾਰੀ ਨਿਕਟ ਬੁਲਾਏ। ਤੇ ਇਹ ਸੋਚ ਕੇ ਔਰੰਗਜ਼ੇਬ ਬਾਦਸ਼ਾਹ ਨੇ ਬਹੁਤੇ ਜਿਹੜੇ ਚੌਪੜ ਦੇ ਖਿਡਾਰੀ ਨੇ ਆਪਣੇ ਕੋਲ ਸੱਦ ਲਏ। ਸਭ ਤੇ ਜਿਤ ਹੈ ਜੇ ਦਾਵ ਲਗਾਏ। ਇਸ ਨੇ ਸੋਚਿਆ ਹੈ ਕਿ ਸਭ ਜਿਹੜੇ ਖਿਡਾਰੀ ਨੇ ਆ ਜਾਣਗੇ ਤੇ ਉਹਨਾਂ ਸਭਨਾਂ ਦੀ ਸਲਾਹ ਦੇ ਨਾਲ, ਉਹਨਾਂ ਦੇ ਦੱਸੇ ਦਾਵਾਂ ਦੇ ਨਾਲ ਸਭ ਤੋਂ ਫਿਰ ਮੈਂ ਜਿੱਤ ਪ੍ਰਾਪਤ ਕਰਾਂਗਾ, ਸਭਨਾਂ ਦੇ ਸਹਿਯੋਗ ਦੇ ਨਾਲ। ਬਾਬਾ ਰਾਮ ਰਾਏ ਜੀ ਤੇ ਹਮ ਤੁਮ ਖੇਲ ਹੈ ਸਤਿਗੁਰ ਨੰਦ। ਤੇ ਇਸ ਪ੍ਰਕਾਰ ਕਹਿਣ ਲੱਗਾ ਹੈ ਔਰੰਗਜ਼ੇਬ ਕਿ ਗੁਰੂ ਕੇ ਸਪੁੱਤਰ, ਅਸੀਂ ਤੇ ਤੁਸੀਂ ਹੁਣ ਖੇਡਾਂਗੇ ਚੌਪੜ ਦੀ ਖੇਡ। ਦਾਵ ਲਗਾਏ ਲਗਾਏ ਬਿਲੰਦ। ਇਹ ਦਾਵ ਲਗਾ ਕਰਕੇ ਬਹੁਤ ਸਾਰੇ ਦਾਵ ਜਿਹੜੇ ਹਨ ਫਿਰ ਚੌਪੜ ਦੀ ਖੇਡ ਵਿੱਚ ਸੋਚ ਸੋਚ ਕੇ ਵਰਤਾਂਗੇ। ਸਨਮੁਖ ਗੁਰਸੁਤ ਅਰਪਤ ਸ਼ਾਹੂ। ਤੇ ਇਸ ਪ੍ਰਕਾਰ ਚੌਪੜ ਦੀ ਖੇਡ ਖੇਡਣ ਵਾਸਤੇ ਗੁਰੂ ਕਾ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਤੇ ਔਰੰਗਜ਼ੇਬ ਆਮੋ ਸਾਹਮਣੇ ਹੋਏ। ਆਂਦ ਵਿਛਾਇਓ ਚੌਪਰ ਮਾਹੂ। ਤੇ ਇਹਨਾਂ ਦੇ ਵਿੱਚ ਸਾਹਮਣੇ ਜੋ ਵਿਚਕਾਰ ਚੌਪੜ ਦੀ ਖੇਡ ਖੇਡਣ ਵਾਸਤੇ ਵਿਛਾ ਦਿੱਤੀ ਹੈ। 16 ਨਰਦ ਰੋ ਪਾਸੇ ਤੀਨ। ਤੇ 16 ਜੋ ਵਿੱਚ ਨਰਦਾ ਹਨ ਤੇ 3 ਵਿੱਚ ਪਾਸੇ ਰੱਖਣਾ ਕੀਤੇ ਹਨ। ਲਗੇ ਜਵਾਹਿਰ ਕੰਚਨ ਭੀਨ। ਐਸੀਆਂ ਨਰਦਾ ਨੇ ਔਰ ਪਾਸੇ ਹਨ ਜਿਨ੍ਹਾਂ ਨੂੰ ਸੋਨਾ ਤੇ ਜੋ ਜਵਾਹਰ ਆਦਿਕ ਲੱਗੇ ਹੋਏ ਹਨ। ਅਤ ਸੁੰਦਰ ਜੋ ਕਰੇ ਬਨਾਵਨ। ਤੇ ਬਹੁਤ ਸੋਹਣੇ ਬਣਾਉਣਾ ਕੀਤੇ ਹਨ ਕਾਰੀਗਰਾਂ ਨੇ। ਚੌਪਰ ਚਾਰੋਂ ਦਿਸ਼ਾ ਸੁਹਾਵਨ। ਤੇ ਚਾਰੇ ਤਰਫਾਂ ਤੋਂ ਜੋ ਚੌਪੜ ਦੀ ਖੇਡ ਹੈ ਬਣੀ ਹੋਈ ਬਹੁਤ ਸ਼ੋਭ ਰਹੀ ਹੈ। ਪ੍ਰਥਮ ਗਲਾਹ ਲਗਾਇਓ ਸ਼ਾਹੂ। ਤੇ ਪਹਿਲਾ ਜੋ ਦਾਵ ਹੈ ਆਪਣਾ ਔਰੰਗਜ਼ੇਬ ਨੇ ਲਗਾਇਆ ਹੈ। ਧਰ ਦੀਨਾਰ ਹਜ਼ਾਰ ਸੁਮਾਹੂ। ਤੇ ਨਾਲ ਹੀ ਚੌਪੜ ਦੀ ਖੇਡ ਖੇਡਣ ਵਾਸਤੇ 1000 ਜੋ ਦੀਨਾਰ ਹੈ ਮੋਹਰਾਂ ਨੇ ਉਹ ਰੱਖ ਦਿੱਤੀਆਂ ਹਨ ਜਿੱਤਣ ਵਾਸਤੇ। ਪਾਸੇ ਲੱਗੇ ਗੇਰ ਬੇਦੋ। ਤੇ ਫਿਰ ਔਰੰਗਜ਼ੇਬ ਤੇ ਗੁਰੂ ਕਾ ਸਪੁੱਤਰ ਬਾਬਾ ਰਾਮ ਰਾਏ ਜੀ ਜੋ ਇਸ ਖੇਡ ਨੂੰ ਖੇਡਣ ਵਾਸਤੇ ਪਾਸੇ ਢਾਲਣ ਲੱਗੇ ਹਨ। ਕਹੇ ਗੁਰੂ ਸੁਤ ਪਰ ਹੈ ਸੋ। ਤੇ ਜੋ ਬਾਬਾ ਰਾਮ ਰਾਏ ਜੀ ਬਚਨ ਕਹਿੰਦੇ ਹਨ ਜਿਸ ਪ੍ਰਕਾਰ ਉਸੇ ਤਰ੍ਹਾਂ ਹੀ ਦਾਵ ਪਾਇਆ ਜਾਂਦਾ ਹੈ। ਨਰਦ ਚਹਿ ਮਾਰੀ ਤਿਸ ਮਾਰਹਿ। ਤੇ ਜਿਸ ਨਰਦ ਨੂੰ ਮਾਰਨਾ ਚਾਹੁੰਦੇ ਉਸ ਨਰਦ ਨੂੰ ਮਾਰ ਲੈਂਦੇ ਹਨ। ਜੋ ਚਹਿ ਰਾਖਨ ਤਿਸ ਹੈ ਉਬਾਰਹਿ। ਤੇ ਜਿਸ ਨੂੰ ਰੱਖਣਾ ਚਾਹੁੰਦੇ ਆ ਉਸ ਨੂੰ ਬਚਾ ਲੈਂਦੇ ਹਨ। ਇਮ ਨਿਜ ਆਠੋਂ ਨਰਦ ਪਕਾਈ। ਇਸ ਪ੍ਰਕਾਰ ਬਾਬਾ ਰਾਮ ਰਾਏ ਜੀ ਨੇ ਆਪਣੀਆਂ ਜੋ 8 ਹੀ ਨਰਦਾਂ ਪਕਾ ਲਈਆਂ। ਘਰ ਅੰਤਰ ਬਰ ਸਗਲ ਪੁਗਾਈ। ਉਹ ਚੌਪੜ ਦੀ ਖੇਡ ਦੇ ਵਿੱਚ ਜਿਸ ਨੂੰ ਘਰ ਥਾਂ ਨੂੰ ਕਿਹਾ ਜਾਂਦਾ ਹੈ ਉਸ ਘਰ ਦੇ ਵਿੱਚ ਪ੍ਰਵੇਸ਼ ਕਰਕੇ ਸਭ ਨਰਦਾਂ ਪੁਗਾ ਲਈਆਂ। ਕਾਚੀ ਨਰਦ ਸ਼ਾਹੋ ਕੀ ਪਾਛੇ। ਤੇ ਇਸ ਪ੍ਰਕਾਰ ਫਿਰ ਬਾਅਦ ਵਿੱਚ ਔਰੰਗਜ਼ੇਬ ਬਾਦਸ਼ਾਹ ਜੀ ਦੀਆਂ ਜਿਹੜੀਆਂ ਨਰਦਾਂ ਨੇ ਉਹ ਕੱਚੀਆਂ ਰਹਿ ਗਈਆਂ। ਲਈ ਦਿਨਾਰ ਜੀਤ ਅਰ ਆਛੇ। ਤੇ ਜੀਤ ਕਰ ਆਛੇ ਚੰਗੀ ਤਰ੍ਹਾਂ ਇਸ ਪ੍ਰਕਾਰ ਸੋ ਬਾਬਾ ਰਾਮ ਰਾਏ ਜੀ ਨੇ ਉਸ ਦੀਆਂ ਸਭ ਨਰਦਾਂ ਜੋ ਹਰਾ ਕਰਕੇ ਫਿਰ ਆਪ ਜਿਹੜੇ ਦੀਨਾਰ ਉਸਨੇ ਔਰੰਗਜ਼ੇਬ ਨੇ ਰੱਖੇ ਸੀ ਵਿੱਚ 1000 ਮੋਹਰਾਂ ਰੱਖੀਆਂ ਸੀ ਉਹ ਜਿੱਤ ਲਈਆਂ ਹਨ। ਚਪਿਓ ਸ਼ਾਹੋ ਪੁਨ ਜੁਗਮ ਹਜ਼ਾਰ। ਤੇ 1000 ਇਸ ਪ੍ਰਕਾਰ ਆਪਣਾ ਲੁਟਾ ਕੇ ਜੋ ਚੌਪੜ ਦੀ ਖੇਡ ਵਿੱਚ ਹਰਾ ਕੇ ਫਿਰ ਬਹੁਤਾ ਜ਼ਿਆਦਾ ਔਰੰਗਜ਼ੇਬ ਖਿਜਿਆ ਹੈ। 2000 ਮੋਹਰਾਂ ਫਿਰ ਰੱਖ ਦਿੱਤੀਆਂ ਜਿੱਤਣ ਵਾਸਤੇ। ਧਰ ਕਰ ਪਾਸੇ ਕਹੋ ਧਰ ਡਾਰ। ਤੇ ਇਸ ਤਰ੍ਹਾਂ ਪਾਸ ਰੱਖ ਕਰਕੇ ਜਿੱਤਣ ਲਈ ਤੇ ਫਿਰ ਪਾਸੇ ਜੋ ਹਨ ਉਹ ਸੁੱਟਣ ਲੱਗਾ ਹੈ। ਪੁਨ ਗੁਰ ਨੰਦਨ ਦੇਤ ਰੁੜਾਈ। ਤੇ ਫਿਰ ਗੁਰੂ ਕੇ ਸਪੁੱਤਰ ਬਾਬਾ ਰਾਮ ਰਾਏ ਜੀ ਵੀ ਜੋ ਪਾਸੇ ਆਦਿਕ ਜੋ ਹਨ ਉਹ ਰੇੜ ਦਿੰਦੇ ਹਨ। ਜੁਗ ਆਨਹਿ ਘਰ ਲੋ ਪਹੁੰਚਾਈ। ਫਿਰ ਘਰ ਤੱਕ ਜੁਗ ਜੋਟੇ ਨੂੰ ਪਹੁੰਚਾ ਦਿੰਦੇ, ਦੋਹਾਂ ਨੂੰ ਇਕੱਠੇ ਜੋਟੇ ਨੂੰ ਪਹੁੰਚਾ ਦਿੰਦੇ ਹਨ। ਸ਼ਾਹ ਫੂਟ ਕਰ ਨਰਦ ਚਲਾਵੇ। ਤੇ ਜੋ ਔਰੰਗਜ਼ੇਬ ਆਪਣੀ ਨਰਦ ਚਲਾਉਂਦਾ ਹੈ ਉਹ ਨਰਦਾਂ ਵੱਖਰੀਆਂ ਵੱਖਰੀਆਂ ਚੱਲਦੀਆਂ। ਪਹੁੰਚ ਦੂਰ ਤੇ ਤਿਸ ਕੋ ਘਾਵੇ। ਪਰ ਬਾਬਾ ਰਾਮ ਰਾਏ ਜੀ ਦੂਰੋਂ ਹੀ ਪਹੁੰਚ ਕਰਕੇ ਉਸ ਨਰਦ ਨੂੰ ਮਾਰ ਦੇਣਾ ਕਰਦੇ। ਡਲ ਗੇਰਨ ਕੀ ਵਿਦਿਆ ਜੇਤੀ। ਤੇ ਜਿੰਨੀ ਵੀ ਆਪਣੀ ਵੱਲੋਂ ਡਲ ਸੁੱਟਣ ਦੀ ਜੋ ਪਾਸੇ ਆਦਿਕ ਸੁੱਟਣ ਦੀ
ਜੋ ਜਿੰਨੀ ਵੀ ਵਿਦਿਆ ਹੈ ਔਰੰਗਜ਼ੇਬ ਦੀ, ਸ਼ਾਹੋ ਰਹਿਓ ਪਚ ਕੇ ਕਰ ਤੇਤੀ। ਤੇ ਸਭ ਆਪਣੀ ਵਿਦਿਆ ਵਰਤ ਕੇ ਹਾਰ ਗਿਆ ਹੈ। ਸਤਿਗੁਰ ਸੁਤ ਉਚਰਤ ਸੋ ਆਵੈ। ਤੇ ਸਤਿਗੁਰੂ ਸਾਹਿਬ ਜੀ ਦੇ ਸਪੁੱਤਰ ਬਾਬਾ ਰਾਮ ਰਾਏ ਜੀ ਜਿਵੇਂ ਬਚਨ ਉਚਾਰਨ ਕਰਦੇ ਹਨ, ਜਿਵੇਂ ਚਾਹੁੰਦੇ ਹਨ, ਕਹਿੰਦੇ ਹਨ, ਉਸੇ ਤਰ੍ਹਾਂ ਹੀ ਦਾਵ ਲੱਗਦਾ ਹੈ। ਚਾਹਿਓ ਦਾਵ ਨੌ ਰੰਗ ਨਹਿ ਪਾਵੈ। ਤੇ ਨੌਰੰਗ ਜੋ ਔਰੰਗਜ਼ੇਬ ਹੈ, ਇਹ ਜੋ ਦਾਵ ਕਰਨਾ ਚਾਹੁੰਦਾ, ਚਲਾਉਣਾ ਚਾਹੁੰਦਾ, ਇਸ ਨੂੰ ਦਾਵ ਨਹੀਂ ਮਿਲਦਾ। ਦ્વੈਸ ਹੰਸ ਰਪੀ ਜੀਤ ਲਈ ਹੈ। ਜਿਹੜੇ ਇਸ ਨੇ ਪਹਿਲਾਂ 1000 ਤਾਂ ਹਰਾ ਦਿੱਤਾ, 2000 ਦੂਸਰੇ ਫਿਰ ਰੱਖੇ ਹੈ, ਉਹ ਵੀ ਹਰਾ ਲਏ ਹੈ, ਉਹ ਵੀ ਬਾਬਾ ਰਾਮ ਰਾਏ ਨੇ ਜਿੱਤ ਲਏ। ਸ਼ਾਹੋ ਚਪਹਿ ਪੁਨ ਹਾਰ ਭਈ ਹੈ। ਤੇ ਫਿਰ ਹਾਰ ਹੋਈ ਦੂਸਰੀ ਵਾਰ ਜਾਣ ਕੇ, ਬਹੁਤ ਜ਼ਿਆਦਾ ਔਰੰਗਜ਼ੇਬ ਬਾਦਸ਼ਾਹ ਖਿਝਿਆ ਹੈ। 3000 ਪੁਨ ਧਰ ਦੀਨਾਰ। ਫਿਰ ਇਸ ਨੇ 3000 ਦੀਨਾਰ ਮੋਹਰਾਂ ਰੱਖ ਦਿੱਤੀਆਂ। ਲਗੇ ਖੇਲ ਬੇ ਪਾਸੇ ਡਾਰ। ਤੇ ਫਿਰ ਪਾਸੇ ਸੁੱਟ ਕਰਕੇ ਇਹ ਚੌਪੜ ਦੀ ਖੇਡ ਖੇਡਣ ਲੱਗ ਪਏ। ਦਾਵ ਤੀਸਰੋ ਪ੍ਰਥਮ ਸਮਾਨ। ਤੇ ਪਹਿਲੇ ਵਾਂਗ ਤੀਸਰਾ ਦਾਵ ਜਦੋਂ ਫਿਰ ਲਗਾਇਆ ਹੈ। ਜੀਤ ਲੀਨ ਕਰ ਕੈ ਤਿਸ ਹਾਨ। ਇਸ ਪ੍ਰਕਾਰ ਦਾਵ ਲੱਗੇ ਹਨ ਕਿ ਜਿਸ ਕਰਕੇ ਬਾਬਾ ਰਾਮ ਰਾਏ ਜੀ ਨੇ ਉਸ ਨੂੰ ਹਰਾ ਕੇ ਫਿਰ ਜਿੱਤ ਪ੍ਰਾਪਤ ਕੀਤੀ ਹੈ। ਫਿਰ ਜਿਹੜਾ 3000 ਰੱਖਿਆ ਔਰੰਗਜ਼ੇਬ ਨੇ, ਉਹ ਵੀ ਜਿੱਤਿਆ ਹੈ। ਖਸ਼ਟ ਸਹੰਸਰ ਜੀਤ ਜਬ ਲਈ। ਖਸ਼ਟ ਸਹੰਸਰ ਜੀਤ ਜਬ ਲਈ। ਤੇ ਇਸ ਤਰ੍ਹਾਂ ਪਹਿਲਾਂ 1000, ਫਿਰ 2000 ਤੇ ਤੀਸਰੀ ਵਾਰ 3000, ਇਵੇਂ 6000 ਮੋਹਰਾਂ ਜਦੋਂ ਬਾਬਾ ਰਾਮ ਰਾਏ ਜੀ ਨੇ ਔਰੰਗਜ਼ੇਬ ਵੱਲੋਂ ਚੌਪੜ ਦੀ ਖੇਲ ਖੇਡਦਿਆਂ ਹੋਇਆਂ ਜਿੱਤ ਲਈਆਂ। ਅਦਕ ਸ਼ਾਹੋ ਕੇ ਮਨ ਚਪ ਭਈ। ਤੇ ਬਹੁਤ ਹੀ ਜ਼ਿਆਦਾ ਖਿਝ ਚੜ ਗਈ ਹੈ ਔਰੰਗਜ਼ੇਬ ਨੂੰ। ਬੋਹਰੋ ਖਸ਼ਟ 1000 ਲਗਾਈ। ਤੇ ਫਿਰ ਇਸ ਨੇ 6000 ਇਕੱਠੀਆਂ ਹੀ ਮੋਹਰਾਂ ਲਗਾ ਦਿੱਤੀਆਂ ਹਨ ਦਾਵ ਤੇ। ਜਿਤੋਂ ਬੇਰ ਇੱਕ ਜਿੱਤੀ ਹਰਾਈ। ਇਹ ਸੋਚ ਕੇ ਕਿ ਜਿੰਨੀਆਂ ਮੈਂ ਪਹਿਲਾਂ ਹਰਾ ਦਿੱਤੀਆਂ ਨੇ 6000, ਉਹ ਮੈਂ ਇਕੱਠੀਆਂ ਹੀ ਜਿੱਤ ਲਵਾਂ। 6000 ਹੁਣ ਦਾਵ 'ਤੇ ਲਗਾ ਦਿੰਦਾ ਹਾਂ, ਅਤੇ ਜੇ ਮੈਂ ਜਿੱਤ ਲਵਾਂਗਾ ਤਾਂ ਪਹਿਲਾਂ ਜਿੰਨੀਆਂ ਮੈਂ ਹਰਾਈਆਂ ਉਹ ਵਾਪਸ ਆ ਜਾਣਗੀਆਂ। ਸਕਲ ਖਿਲਾਰੀ ਕਰਤ ਸਹਾਏ। ਅਤੇ ਸਾਰੇ ਜਿਹੜੇ ਖੇਡ ਖਿਡਾਉਣ ਵਾਲੇ ਹਨ, ਇਸ ਦੇ ਨਾਲ ਖਿਲਾੜੀ ਨੇ, ਬਹੁਤ ਸਮਾਂ ਜਿਹੜੇ ਚੌਪੜ ਦੀ ਖੇਡ ਕੇ ਆਪਣਾ ਸਮਾਂ ਲਗਾਉਣ ਵਾਲੇ ਆ, ਉਹ ਵੀ ਜਿੰਨੇ ਵੀ ਹਨ ਸਭ ਉਹ ਹਾਰ ਗਏ ਹਨ ਦਾਵ ਕਰਦੇ ਹੋਏ, ਸਹਾਇਤਾ ਕਰਦੇ ਹੋਏ ਔਰੰਗਜ਼ੇਬ ਦੀ। ਨਹਿ ਕਿਸ ਕੋ ਇੱਕ ਚਲਹਿ ਉਪਾਏ। ਸਹਾਇਤਾ ਤਾਂ ਉਹਨਾਂ ਨੇ ਕੀਤੀ ਹੈ, ਬੜੇ ਦਾਵ ਦੱਸੇ ਹੈ, ਪਰ ਕਿਸੇ ਦਾ ਵੀ ਯਤਨ ਨਹੀਂ ਚੱਲਿਆ। ਚਾਹੈ ਸੋ ਦਾਵ ਪਰੇ ਨਹਿ ਸੋਈ। ਉਹ ਤਾਂ ਦਾਉ ਇਸ ਤਰ੍ਹਾਂ ਦੇ ਲਗਾਉਣਾ ਚਾਹੁੰਦੇ ਹੈ ਕਿ ਕਿਸੇ ਤਰ੍ਹਾਂ ਗੁਰੂ ਕੇ ਸਪੁੱਤਰ ਨੂੰ ਹਰਾ ਦਈਏ, ਪਰ ਨਹੀਂ ਹਰਾ ਸਕਦੇ। ਬੈਠੇ ਘਨੇ ਕਰੇ ਕਿਆ ਕੋਈ। ਤੇ ਬਹੁਤੇ ਬੈਠੇ ਹੈ, ਬਾਬਾ ਰਾਮ ਰਾਏ ਜੀ ਇਕੱਲੇ ਹਨ, ਭਾਵੇਂ ਕਿ ਔਰੰਗਜ਼ੇਬ ਵੀ ਹੈ, ਤੇ ਨਾਲ ਚੌਪੜ ਦੀ ਖੇਡ ਖੇਡਣ ਵਾਲੇ ਬਹੁਤ ਹਨ। ਰਹੀ ਤਬੈ ਪੀ ਨਰਦ ਪਿਛਾਰੀ। ਪਰ ਉਹਨਾਂ ਦਾ ਕੋਈ ਵੱਸ ਨਹੀਂ ਚੱਲਿਆ। ਫਿਰ ਵੀ ਖੇਡ ਚੌਪੜ ਦੀ ਖੇਡਦਿਆਂ ਹੋਇਆਂ ਔਰੰਗਜ਼ੇਬ ਦੀਆਂ ਨਰਦਾਂ ਜਿਹੜੀਆਂ ਪਿੱਛੇ ਰਹਿ ਗਈਆਂ। ਰਚੇ ਉਪਾਏ ਗਇਓ ਪੁਨਹਾਰੀ। ਇਸ ਨੇ ਆਪ ਤੇ ਇਸ ਦੀ ਸਹਾਇਤਾ ਕਰਨ ਵਾਲੇ ਜੋ ਚੌਪੜ ਦੇ ਖਿਡਾਰੀ ਹੈ, ਉਹ ਵੀ ਸਭ ਯਤਨ ਕਰਦੇ ਹੋਏ ਹਾਰ ਗਏ। ਰਹੇ ਉਪਾਏ ਕਰਤ ਬਹੁ ਤੇਰਾ। ਤੇ ਇਸ ਤਰ੍ਹਾਂ ਇਹ ਹਾਰ ਗਏ, ਬੜਾ ਯਤਨ ਕਰਦੇ ਰਹੇ ਭਾਵੇਂ। ਨਹੀਂ ਦਾਵ ਪਾਸੇ ਸ਼ੁਭ ਗੇਰਾ। ਤੇ ਪਾਸਾ ਚੰਗਾ ਸੁੱਟਣ ਵਾਸਤੇ ਇਹਨਾਂ ਦਾ ਕੋਈ ਵੀ ਸ੍ਰੇਸ਼ਟ ਦਾਵ ਨਹੀਂ ਲੱਗਾ ਹੈ। ਦੋਹਰਾ 10 ਅਰ ਦੋਏ ਸਹੰਸਰ ਕੋ। ਇਸ ਤਰੀਕੇ ਨਾਲ ਫਿਰ ਇਸ ਨੇ ਜੋ ਦੁਬਾਰਾ ਜੋ 6000 ਜੋ ਮੋਹਰਾਂ ਹਨ ਉਹ ਦਾਵ 'ਤੇ ਲਗਾਈਆਂ, ਉਹ ਵੀ ਹਰਾ ਦਿੱਤੀਆਂ। ਇਸ ਤਰ੍ਹਾਂ ਇਸ ਨੇ 12000 ਜਿਹੜੀਆਂ ਮੋਹਰਾਂ ਹਨ ਔਰੰਗਜ਼ੇਬ ਨੇ ਉਹ ਹਰਾ ਦਿੱਤੀਆਂ ਨੇ ਬਾਬਾ ਰਾਮ ਰਾਏ ਜੀ ਦੇ ਨਾਲ ਚੌਪੜ ਦੀ ਖੇਡ ਖੇਡਦਿਆਂ। ਇਮ ਦੀਨਾਰ ਹਰਾਏ। ਤੇ ਇਸ ਤਰ੍ਹਾਂ ਇਵੇਂ ਜੋ ਹਰਾ ਦਿੱਤੇ ਹਨ ਚੌਪੜ ਦੀ ਖੇਡ ਵਿੱਚ ਔਰੰਗਜ਼ੇਬ ਨੇ। ਪੁੰਨ ਨਿਵਾਜ ਕੋ ਸਮੋ ਲਖ। ਤੇ ਫਿਰ ਇਸ ਨੇ ਜਾੜਿਆ, ਬਹਾਨੇ ਨਾਲ ਫਿਰ ਉੱਠਣ ਲੱਗਾ, ਭਾਵੇਂ ਕਿ ਆਪਣੇ ਸ਼ੌਂਕ ਦੇ ਨਾਲ ਆਪ ਹੀ ਇਸ ਨੇ ਚਾਹਿਆ ਕਿ ਗੁਰੂ ਕੇ ਸਪੁੱਤਰ ਬਾਬਾ ਰਾਮ ਰਾਏ ਜੀ ਦੇ ਨਾਲ ਚੌਪੜ ਦੀ ਖੇਡ ਖੇਡਾਂ ਅਤੇ ਇਹਨਾਂ ਤੋਂ ਮੈਂ ਬਹੁਤ ਸਾਰੀਆਂ ਮੋਹਰਾਂ ਜਿੱਤ ਲਵਾਂਗਾ, ਪਰ ਆਪਣੀਆਂ ਜੋ ਸਭ ਮੋਹਰਾਂ ਨੇ ਉਹ ਹਰਾ ਦਿੱਤੀਆਂ ਨੇ।
ਤੇ ਫਿਰ ਬਹਾਨੇ ਨਾਲ ਉੱਠਿਆ ਹੈ ਕਿ ਹੁਣ ਨਮਾਜ਼ ਪੜ੍ਹਨ ਦਾ ਮੇਰਾ ਸਮਾਂ ਹੋ ਗਿਆ, ਉੱਠੀਏ। ਉਠਿਓ ਸ਼ਾਹੋ ਪਛਤਾਏ। ਤੇ ਪਛਤਾਵਾ ਕਰਦਾ ਹੋਇਆ ਉਸ ਥਾਂ ਤੋਂ ਉੱਠਿਆ ਹੈ ਔਰੰਗਜ਼ੇਬ। ਜੀਤ ਮੋਹਰ ਨਿਜ ਸੰਗ ਲੈ। ਤੇ ਮੋਹਰਾਂ ਜਿਹੜੀਆਂ ਹਨ ਜਿੱਤ ਲਈਆਂ ਨੇ ਸਤਿਗੁਰੂ ਹਰਿਰਾਏ ਸਾਹਿਬ ਜੀ ਦੇ ਸਪੁੱਤਰ ਬਾਬਾ ਰਾਮ ਰਾਏ ਜੀ ਨੇ। ਉਹਨਾਂ ਮੋਹਰਾਂ ਨੂੰ ਆਪਣੇ ਨਾਲ ਲੈ ਕੇ ਆਇਓ ਹੋ ਸਿਵਰ ਮਝਾਰ। ਬਾਬਾ ਰਾਮ ਰਾਏ ਜੀ ਜਿੱਥੇ ਬਾਬਾ ਜੀ ਦਾ ਡੇਰਾ ਦਿੱਲੀ ਸ਼ਹਿਰ ਦੇ ਵਿੱਚ ਮਜਨੂ ਦੇ ਟਿੱਲੇ ਵਾਲੇ ਸਥਾਨ ਤੇ ਕੀਤਾ ਹੋਇਆ, ਉੱਥੇ ਆ ਗਏ ਹਨ। ਸਕਲ ਸਭਾ ਬਿਸਮਤ ਰਹੀ। ਤੇ ਜਿਹੜੇ ਸਭਾ ਦੇ ਵਿੱਚ ਔਰੰਗਜ਼ੇਬ ਦੇ ਪਾਸ ਬੈਠੇ ਹੋਏ ਕਾਜੀ ਮੁੱਲਾ ਅਹਿਲਕਾਰ ਬਹੁਤ ਸਾਰੇ, ਉਹ ਸਭ ਹੈਰਾਨ ਹੋ ਗਏ। ਰਹੀ ਸ਼ਾਹੋ ਕੀ ਹਾਰ। ਤੇ ਉਹਨਾਂ ਨੇ ਜਾਣਿਆ ਕਿ ਸਾਡੇ ਬਾਦਸ਼ਾਹ ਦੀ ਤਾਂ ਹਾਰ ਹੋ ਗਈ ਹੈ ਬਾਬਾ ਰਾਮ ਰਾਏ ਜੀ ਦੇ ਅੱਗੇ। ਕਵ ਸੰਤੋਖ ਸਿੰਘ ਸਭ ਨਹੀਂ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਸਭਨਾਂ ਨੇ ਭਾਵੇਂ ਆਪਣਾ ਬਹੁਤ ਹੀ ਯਤਨ ਕੀਤਾ, ਲਖਿਓ ਨ ਇਨ ਸਮਾਨ। ਤੇ ਸਭਨਾਂ ਨੇ ਜਾਣ ਲਿਆ ਹੈ ਕਿ ਇਹਨਾਂ ਵਰਗਾ ਹੋਰ ਦੂਜਾ ਕੋਈ ਨਹੀਂ ਹੈ, ਇੱਥੇ ਕੋਈ ਨਹੀਂ ਦਿਸਦਾ। ਸਤਿਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਸਪੁੱਤਰ ਨੂੰ ਭੇਜਿਆ ਹੈ ਆਪਣੀ ਸ਼ਕਤੀ ਸਮਰੱਥਾ ਦੇ ਕੇ। ਜੈਸੀ ਇਹਨਾਂ ਦੇ ਕੋਲ ਸ਼ਕਤੀ ਹੈ, ਇਹੋ ਜਿਹੀ ਜੋ ਕਰਾਮਾਤ ਹੈ ਹੋਰ ਕਿਸੇ ਦੇ ਪਾਸ ਨਹੀਂ ਹੈ। ਅਰੈ ਵਿਜੈ ਕੋ ਨਹਿ ਲਹੈ। ਤੇ ਲੋਕਾਂ ਨੇ ਜਾਣ ਲਿਆ ਜਿਹੜਾ ਵੀ ਗੁਰੂ ਕੇ ਸਪੁੱਤਰ ਦੇ ਨਾਲ ਅੜਨ ਦਾ ਯਤਨ ਕਰਦਾ ਏ, ਉਹ ਕੋਈ ਵੀ ਫਤਿਹ ਨਹੀਂ ਪਾ ਸਕਦਾ ਇਹਨਾਂ ਤੇ। ਸਭ ਹੀ ਰੀਤ ਮਹਾਨ। ਸਭ ਤਰੀਕਿਆਂ ਨਾਲ ਇਹ ਮਹਾਨ ਹੀ ਮਹਾਨ ਹਨ, ਕਿਉਂਕਿ ਸਤਿਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਆਪਣੇ ਬਚਨ ਕਰਕੇ ਇਹਨਾਂ ਨੂੰ ਬਖਸ਼ਾਂ ਦੇ ਕਰਕੇ ਭੇਜਿਆ ਹੈ। ਇਵੇਂ ਸਭ ਲੋਕ ਹੈਰਾਨ ਹੁੰਦੇ ਔਰ ਮਹਾਨ ਜਾਣਦੇ ਗੁਰੂ ਕੇ ਸਪੁੱਤਰ ਬਾਬਾ ਰਾਮ ਰਾਏ ਜੀ ਨੂੰ। ਇੱਥੋਂ ਤੱਕ ਇਹ ਪ੍ਰਸੰਗ ਦੀ ਵਿਚਾਰ ਹੋਈ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਅੱਗੇ ਵਾਸਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਸਮਤ ਬਖਸ਼ਿਸ਼ ਕਰਨ ਜੀ। ਕਵ ਸੰਤੋਖ ਸਿੰਘ ਸਭ ਨਹੀਂ। ਲਖਿਆ ਨ ਇਨ ਸਮਾਨ। ਅਰੈ ਵਿਜੈ ਕੋ ਨਹਿ ਲਹੈ। ਸਭ ਹੀ ਰੀਤ ਮਹਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।